ਸਤਿਕਾਰਯੋਗ ਦਰਸ਼ਕੋ, ਸਰੋਤਿਓ ਅਤੇ ਪਿਆਰੇ ਵਿਦਿਆਰਥੀਓ, ਪਿਛਲੇ ਕੁਝ ਸਮੇਂ ਤੋਂ ਆਪਾਂ ਸੁਰਜਨਜੀਰਵੀ ਦੀ ਪੁਸਤਕ ਇਹ ਹੈ 12ਵੀਂ ਸੰਸਾਰ ਵਿਚਲੇ ਨਿਬੰਧਾਂ ਦੀ ਪੜ੍ਹਾਈ ਕਰ ਰਹੇ ਹਾਂ। ਅੱਜ ਆਪਾਂ ਇਸ ਪੁਸਤਕ ਦੇ 5ਵੇਂ ਨਿਬੰਧ ਦੀ ਪੜ੍ਹਾਈ ਕਰਾਂਗੇ। ਇਸ ਨਿਬੰਧ ਦਾ ਸਿਰਲੇਖ ਹੈ ਮਹਾਸ਼ਕਤੀ ਦੀ ਮਹਾਉਲਾਰ ਮਾਨਸਿਕਤਾ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਇਸ ਪੁਸਤਕ ਦੇ ਵਿੱਚ ਜ਼ਿਆਦਾਤਰ ਨਿਬੰਧ ਅਮਰੀਕਾ ਦੀਆਂ ਅੰਤਰਰਾਸ਼ਟਰੀ ਰਾਜਨੀਤਿਕ ਗਤੀਵਿਧੀਆਂ ਉੱਪਰ ਹੀ ਆਧਾਰਿਤ ਹਨ। ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਅਮਰੀਕਾ ਇੱਕ ਬਹੁਤ ਵੱਡੀ ਆਰਥਿਕ ਸ਼ਕਤੀ ਬਣ ਕੇ ਦੁਨੀਆ ਦੇ ਸਾਹਮਣੇ ਆਇਆ ਤੇ ਇਸ ਦੇ ਨਾਲ ਹੀ ਇਸ ਨੇ ਅੰਤਰਰਾਸ਼ਟਰੀ ਪੱਧਰ ਤੇ ਸਾਰੇ ਦੇਸ਼ਾਂ ਦੇ ਨਾਲ ਨਵੇਂ ਤਰੀਕੇ ਦੇ ਨਾਲ ਰਾਜਨੀਤਿਕ ਗਤੀਵਿਧੀਆਂ ਤੇ ਨਵੇਂ ਤਰੀਕੇ ਨਾਲ ਰਾਜਨੀਤਿਕ ਸੰਬੰਧ ਬਣਾਉਣੇ ਸ਼ੁਰੂ ਕੀਤੇ। ਅਮਰੀਕਾ ਦੀ ਆਰਥਿਕ ਮਜ਼ਬੂਤੀ ਦਾ ਕਾਰਨ ਭਾਵੇਂ ਵਪਾਰ ਹੋਵੇ, ਭਾਵੇਂ ਬੈਂਕਾਂ ਦੀਆਂ ਨੀਤੀਆਂ ਹੋਣ ਤੇ ਭਾਵੇਂ ਅੰਤਰਰਾਸ਼ਟਰੀ ਵਪਾਰਕ ਸੰਬੰਧ ਹੋਣ। ਵਿਦਵਾਨ ਮੰਨਦੇ ਹਨ ਕਿ ਅਜਿਹੀ ਸਥਿਤੀ ਦੇ ਵਿੱਚ ਜਿੱਥੇ ਅਮਰੀਕਾ ਨੂੰ ਚਾਹੀਦਾ ਸੀ ਕਿ ਉਹ ਅੰਤਰਰਾਸ਼ਟਰੀ ਪੱਧਰ ਤੇ ਸਾਰੀ ਦੁਨੀਆ ਦੇ ਦੇਸ਼ਾਂ ਨਾਲ ਚੰਗੇ ਸੰਬੰਧ ਪੈਦਾ ਕਰੇ ਅਤੇ ਉਹਨਾਂ ਦੀ ਆਰਥਿਕ ਪੱਖੋਂ ਮਦਦ ਕਰਕੇ ਮਨੁੱਖਤਾ ਦੀ ਭਲਾਈ ਲਈ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰੇ, ਇਸ ਦੇ ਉਲਟ ਅਮਰੀਕਾ ਨੇ ਆਪਣੇ ਆਰਥਿਕ ਅਤੇ ਰਾਜਨੀਤਿਕ ਪੱਖੋਂ ਮਜ਼ਬੂਤ ਹੋਣ ਨਾਲ ਸਾਰੀ ਦੁਨੀਆ ਦੇ ਦੇਸ਼ਾਂ ਉੱਪਰ ਆਪਣਾ ਗਲਬਾ ਸਥਾਪਿਤ ਕਰਨਾ ਸ਼ੁਰੂ ਕਰ ਦਿੱਤਾ। ਅਮਰੀਕਾ ਦੀ ਅਜਿਹੀ ਹੀ ਉਲਾਰੂ ਬਣਤਰ ਬਾਰੇ ਇਸ ਲੇਖ ਵਿੱਚ ਦੱਸਿਆ ਗਿਆ ਹੈ। ਆਪਾਂ ਇਸ ਲੇਖ ਦੇ ਸ਼ੁਰੂਆਤ ਵਿੱਚ ਪੜ੍ਹਦੇ ਹਾਂ ਕਿ ਪਿਛਲਾ ਸਾਰਾ ਸਾਲ ਬੁਸ਼ ਪ੍ਰਸ਼ਾਸਨ ਦਾ ਇੱਕੋ ਇੱਕ ਕਾਰਜ ਇਹੀ ਰਿਹਾ ਹੈ ਕਿ ਜੰਗੀ ਜਨੂੰਨ ਨੂੰ ਉਬਲਦੀ ਹਾਲਤ ਵਿੱਚ ਰੱਖਿਆ ਜਾਵੇ। ਇਹ ਤਾਂ ਹੀ ਹੋ ਸਕਦਾ ਸੀ ਜੇ ਲੋਕਾਂ ਦੇ ਮਨਾਂ ਵਿੱਚ ਇਹ ਭੈ ਹੋਰ ਤੀਬਰ ਕੀਤਾ ਜਾਏ ਕਿ ਉਹ ਕਿਸੇ ਵੀ ਸਮੇਂ ਕਿਸੇ ਵੀ ਪਾਸਿਓਂ ਕਿਸੇ ਵੀ ਥਾਂ 11 ਸਤੰਬਰ ਵਰਗੇ ਜਾਂ ਸ਼ਾਇਦ ਇਸ ਤੋਂ ਵੀ ਭਿਆਨਕ ਹਮਲਿਆਂ ਦਾ ਸ਼ਿਕਾਰ ਹੋ ਸਕਦੇ ਹਨ। ਕਹਿਣ ਦਾ ਮਤਲਬ ਅਮਰੀਕਾ ਆਪਣੇ ਵਸੀਲਿਆਂ ਦੇ ਨਾਲ ਲੋਕਾਂ ਦੇ ਵਿੱਚ ਅਜਿਹਾ ਸਹਿਮ ਪੈਦਾ ਕਰਦਾ ਹੈ ਜਾਂ ਉਹਨਾਂ ਨੂੰ ਇਸ ਤਰੀਕੇ ਨਾਲ ਗੁੰਮਰਾਹ ਕਰਦਾ ਹੈ। ਇਸ ਤਰ੍ਹਾਂ ਦੇਸ਼ਾਂ ਦੇ ਵਿਰੁੱਧ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਲਈ ਅਮਰੀਕਾ ਕਈ ਤਰੀਕੇ ਵਰਤਦਾ ਹੈ। ਇੱਕ ਪਾਸੇ ਤਾਂ ਉਹ ਸਾਰੀ ਦੁਨੀਆ ਵਿੱਚ ਸਹਿਮ ਪੈਦਾ ਕਰਦਾ ਹੈ, ਦੂਸਰਾ ਆਪਣੇ ਦੇਸ਼ ਦੇ ਲੋਕਾਂ ਦੀ ਮਾਨਸਿਕਤਾ ਨੂੰ ਇਸ ਤਰੀਕੇ ਦਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹਨਾਂ ਨੂੰ ਐਵੇਂ ਲੱਗੇ ਕਿ ਅਮਰੀਕਾ ਦੁਆਰਾ ਵਿਦੇਸ਼ਾਂ ਉੱਤੇ ਕੀਤਾ ਜਾਣ ਵਾਲਾ ਹਮਲਾ ਸਹੀ ਹੈ। ਜੇ ਅਜਿਹਾ ਹਮਲਾ ਨਾ ਕੀਤਾ ਗਿਆ ਤਾਂ ਅਮਰੀਕਾ ਦੀ ਹੋਂਦ ਨੂੰ ਖਤਰਾ ਹੋ ਸਕਦਾ ਹੈ। ਸੋ ਇਸ ਤਰੀਕੇ ਨਾਲ ਉਹ ਆਪਣੇ ਮੀਡੀਏ ਦੇ ਜ਼ਰੀਏ ਆਪਣੇ ਹਮਲਿਆਂ ਨੂੰ ਸਾਰਥਕ ਸਾਬਤ ਕਰ ਦਿੰਦਾ ਹੈ ਤੇ ਅਜਿਹਾ ਸਾਰਾ ਕੁਝ ਕਰਨ ਲਈ ਉੱਥੋਂ ਦਾ ਰਾਸ਼ਟਰਪਤੀ ਦੇ ਨਾਲ ਉਸ ਦਾ ਸਾਰਾ ਅਮਲਾ ਫੈਲਾ ਜ਼ਿੰਮੇਵਾਰ ਹਨ। ਵਿਦਿਆਰਥੀਓ, ਇਸ ਲੇਖ ਵਿੱਚ ਆਪਾਂ ਇਹੀ ਗੱਲ ਵੇਖਾਂਗੇ ਕਿ ਅਮਰੀਕਾ ਕਿਸ ਤਰ੍ਹਾਂ ਦੁਨੀਆ ਭਰ ਦੇ ਦੇਸ਼ਾਂ ਦੇ ਉੱਤੇ ਹਮਲੇ ਕਰਨ ਨੂੰ ਤਿਆਰ ਰਹਿੰਦਾ ਹੈ। ਹਰ ਵਕਤ ਚਾਹੁੰਦਾ ਹੈ ਕਿ ਉਹ ਕਿਸੇ ਨਾ ਕਿਸੇ ਦੇਸ਼ ਦੇ ਨਾਲ ਯੁੱਧ ਕਰੇ ਤਾਂ ਕਿ ਉੱਥੋਂ ਦੇ ਵਸੀਲਿਆਂ, ਭਾਵੇਂ ਤਾਂ ਕੁਦਰਤੀ ਵਸੀਲੇ ਆ ਜਿਵੇਂ ਕਿ ਤੇਲ ਤੇ ਹੋਰ ਕੱਚੇ ਪਦਾਰਥ, ਤੇ ਜਾਂ ਫਿਰ ਉੱਥੋਂ ਦੀਆਂ ਆਰਥਿਕ ਮੰਡੀਆਂ, ਉੱਥੋਂ ਦੀਆਂ ਫੈਕਟਰੀਆਂ, ਉੱਥੋਂ ਦੀ ਮਾਰਕੀਟ ਨੂੰ ਵੀ ਆਪਣੇ ਕਬਜ਼ੇ ਦੇ ਵਿੱਚ ਰੱਖਣਾ ਚਾਹੁੰਦਾ ਹੈ। ਉੱਤਰ ਬਸਤੀਵਾਦ ਇਹੀ ਹੈ ਕਿ ਕਿਸੇ ਵੀ ਦੇਸ਼ ਦੇ ਉੱਤੇ ਹਮਲਾ ਕਰਨ ਜਾਂ ਕਿਸੇ ਵੀ ਦੇਸ਼ ਦੇ ਉੱਤੇ ਕਬਜ਼ਾ ਕਰਨ ਨਾਲੋਂ ਚੰਗੀ ਗੱਲ ਆ ਉੱਥੋਂ ਦੇ ਇਹਨਾਂ ਸਾਰੇ ਵਸੀਲਿਆਂ ਦੇ ਉੱਤੇ ਕਬਜ਼ਾ ਕਰ ਲਿਆ ਜਾਵੇ। ਤੇ ਇਹ ਕਬਜ਼ਾ ਸਿੱਧੇ ਰੂਪ 'ਚ ਨਹੀਂ ਹੁੰਦਾ, ਲੁਕਵੇਂ ਰੂਪ ਵਿੱਚ ਹੁੰਦਾ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਅਮਰੀਕਾ ਹਮੇਸ਼ਾ ਦੂਸਰੇ ਦੇਸ਼ਾਂ ਦੇ ਉੱਤੇ ਹਮਲਾ ਕਰਦਾ ਹੈ ਤੇ ਜਾਂ ਉਹਨਾਂ ਤੇ ਕਿਸੇ ਤਰ੍ਹਾਂ ਦਾ ਦਬਾਅ ਪਾਉਂਦਾ ਹੈ, ਪਰ ਉਹਦਾ ਬਹਾਨਾ ਕੁਝ ਹੋਰ ਸੋਚਦਾ ਹੈ। ਸੁਰਜਨਜੀਰਵੀ ਨੇ ਇਸ ਲੇਖ ਵਿੱਚ ਥਾਂ-ਥਾਂ ਤੇ ਇਹੀ ਗੱਲ ਕਹੀ ਹੈ। ਅਗਲਾ ਵਾਰ ਆਪਾਂ ਪੜ੍ਹਾਂਗੇ ਕਿ ਪ੍ਰਧਾਨ ਬੁਸ਼ 11 ਸਤੰਬਰ ਦੀ ਵਾਰਦਾਤ ਤੋਂ ਤੁਰੰਤ ਪਿੱਛੋਂ ਇਹ ਐਲਾਨ ਕਰ ਹੀ ਚੁੱਕੇ ਸਨ ਕਿ ਇਰਾਕ, ਈਰਾਨ, ਉੱਤਰੀ ਕੋਰੀਆ ਬਦੀ ਦੀ ਇੱਕ ਅਜਿਹੀ ਤ੍ਰਿਕੜੀ ਹੈ ਜਿਹੜੀ ਅਮਰੀਕਾ ਲਈ ਦਹਿਸ਼ਤਗਰਦੀ ਜਿੱਡਾ ਖਤਰਾ ਹੀ ਬਣੀ ਹੋਈ ਹੈ। ਇਸ ਬਿਆਨ ਨਾਲ ਉਹ ਨਵਾਂ ਹਊਆ ਖੜਾ ਕਰ ਹੀ ਚੁੱਕਾ ਸੀ, ਤਾਂ ਵੀ ਤ੍ਰਿਕੜੀ ਦੇ ਖਿੱਲਰਵੇਂ ਹਵਾਲੇ ਨਾਲ ਖਤਰੇ ਦਾ ਕੋਈ ਪ੍ਰਤੀਤਯੋਗ ਤੇ ਬੱਝਵਾਂ ਨਕਸ਼ਾ ਉਭਾਰਨਾ ਸੰਭਵ ਨਹੀਂ ਸੀ। ਗੱਲ ਤਾਂ ਹੀ ਬਣਦੀ ਸੀ ਜੇ ਇੱਕੋ ਨਾਂ ਨੂੰ ਇੱਕ ਟੱਕ ਨਿਸ਼ਾਨਾ ਬਣਾਇਆ ਜਾਏ ਅਤੇ ਇਹ ਨਾਂ ਇਰਾਕ ਤੋਂ ਇਲਾਵਾ ਹੋਰ ਕਿਸ ਦਾ ਹੋ ਸਕਦਾ ਸੀ। ਇਰਾਕ, ਜਿਸ ਦੇ ਅਥਾਹ ਤੇਲ ਵਸੀਲਿਆਂ ਉੱਤੇ ਅਮਰੀਕਾ ਦੀ ਇੰਨੇ ਲੰਮੇ ਸਮੇਂ ਤੋਂ ਨਜ਼ਰ ਸੀ। ਸੋ ਸੁਰਜਨਜੀਰਵੀ ਨੇ ਵੀ ਆਪਣੇ ਇਸ ਲੇਖ ਰਾਹੀਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਅਮਰੀਕਾ ਦੀ ਅੱਖ ਸਾਰੇ ਦੇਸ਼ਾਂ ਦੇ ਕੁਦਰਤੀ ਸਾਧਨਾਂ ਉੱਪਰ ਹੀ ਹੈ। ਹੁਣ ਅਮਰੀਕਾ ਅਜਿਹੇ ਹਮਲਿਆਂ ਜਾਂ ਅਜਿਹੇ ਹਮਲਿਆਂ ਬਾਰੇ ਸੋਚਣ ਦੇ ਨਾਲ ਇੱਕੋ ਤੀਰ ਨਾਲ ਦੋ ਨਿਸ਼ਾਨੇ ਕਰਦਾ ਹੈ। ਇੱਕ ਪਾਸੇ ਤਾਂ ਉਹ ਦੇਸ਼ਾਂ ਦੇ ਉੱਪਰ ਆਪਣਾ ਗਲਬਾ ਸਥਾਪਿਤ ਕਰਦਾ ਹੈ ਜਾਂ ਆਪਣਾ ਦਾਬਾ ਉਹਨਾਂ ਉੱਪਰ ਪਾਉਂਦਾ ਹੈ, ਤੇ ਦੂਸਰੇ ਨੰਬਰ ਤੇ ਉਹ ਆਪਣੇ ਦੇਸ਼ ਦੇ ਵਿੱਚ ਵੀ ਵੋਟਾਂ ਹਥਿਆਉਣ ਲਈ ਇੱਕ ਮਜ਼ਬੂਤ ਧਿਰ ਦੇ ਰੂਪ ਵਿੱਚ ਸਾਹਮਣੇ ਆਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਲੇਖ ਦੇ ਅਨੁਸਾਰ ਬੁਸ਼ ਦੀ ਜੇ ਆਪਾਂ ਗੱਲ ਕਰੀਏ ਤਾਂ ਬੁਸ਼ ਨੇ ਇੱਕ ਪਾਸੇ ਤਾਂ ਵਿਦੇਸ਼ਾਂ ਦੇ ਉੱਤੇ
ਹਮਲਾ ਕਰਕੇ ਉੱਥੋਂ ਦੇ ਵਸੀਲਿਆਂ ਨੂੰ ਹਥਿਆਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਪੱਧਰ 'ਤੇ ਉਹ ਆਪਣਾ ਦਾਅਵਾ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਤੀਸਰੇ ਨੰਬਰ 'ਤੇ ਅੰਦਰੂਨੀ ਰੂਪ ਦੇ ਵਿੱਚ ਆਪਣੀ ਪਾਰਟੀ ਦੀ ਮਜ਼ਬੂਤੀ ਹੋਰ ਵਧਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਉਹ ਫਿਰ ਤੋਂ ਰਾਸ਼ਟਰਪਤੀ ਦੇ ਪਦ 'ਤੇ ਸਥਾਪਿਤ ਰਹਿ ਸਕੇ। ਇਸ ਤੋਂ ਇਲਾਵਾ ਸੁਰਜਨਜੀਤ ਨੇ ਇਸ ਲੇਖ ਰਾਹੀਂ ਦੱਸਿਆ ਹੈ ਕਿ ਅਗਲੀਆਂ ਪ੍ਰਧਾਨਗੀ ਚੋਣਾਂ ਦੇ ਲੰਮੇ ਦਾਇਰੇ ਤੋਂ ਇਲਾਵਾ ਕੁਝ ਹੋਰ ਅੰਦਰੂਨੀ ਮਾਮਲੇ ਵੀ ਸਨ ਜਿਹੜੇ ਸੰਕਟ ਭਰਿਆ ਮਾਹੌਲ ਸਿਰਜਣ ਦੀ ਮੰਗ ਕਰਦੇ ਸਨ। ਇਹਨਾਂ ਵਿੱਚੋਂ ਇੱਕ ਦਾ ਸੰਬੰਧ ਸੈਨੇਟ ਤੇ ਕਾਂਗਰਸ ਦੀਆਂ ਚੋਣਾਂ ਨਾਲ ਸੀ। ਸੋ ਇਹਨਾਂ ਸਾਰੇ ਉਦੇਸ਼ਾਂ ਦੇ ਨਾਲ ਉਹ ਅਜਿਹੇ ਸੰਕਟ ਪੈਦਾ ਕਰਨਾ ਚਾਹੁੰਦਾ ਸੀ ਅਮਰੀਕਾ, ਜਾਂ ਬੁਸ਼ ਕਹਿ ਲਓ, ਬੁਸ਼ ਦਾ ਸਾਰਾ ਪ੍ਰਸ਼ਾਸਨ, ਕਿ ਉਹਦੇ ਇੱਕੋ ਤੀਰ ਨਾਲ ਸਾਰੇ ਨਿਸ਼ਾਨੇ ਲੱਗ ਜਾਣ। ਜਿਵੇਂ ਕਿ ਅਗਲੇ ਪੈਰੇ ਦੇ ਵਿੱਚ ਤੁਸੀਂ ਆਪਣੀ ਸਕਰੀਨ 'ਤੇ ਦੇਖੋਗੇ ਕਿ ਕੁਝ ਅੰਕੜੇ ਦਿੱਤੇ ਹੋਏ ਆ, ਜਿਨ੍ਹਾਂ ਅੰਕੜਿਆਂ ਤੋਂ ਇਹ ਪਤਾ ਲੱਗਦਾ ਹੈ ਕਿ ਅਮਰੀਕਾ ਬੁਸ਼ ਦੀ ਪ੍ਰਧਾਨਗੀ ਹੇਠ ਬਹੁਤ ਸਾਰੇ ਆਰਥਿਕ ਨੁਕਸਾਨਾਂ ਦੇ ਵਿੱਚੋਂ ਗੁਜ਼ਰ ਰਿਹਾ ਹੈ। ਹਰ ਪੱਖੋਂ ਆਰਥਿਕਤਾ ਜਿਹੜੀ ਹੈਗੀ ਹੈ ਦੇਸ਼ ਦੀ, ਉਹ ਗਿਰਾਵਟ ਵੱਲ ਗਈ ਹੈ। ਪਰ ਇਹ ਠੀਕ ਹੈ ਕਿ ਅਫਗਾਨਿਸਤਾਨ ਵਿੱਚ ਫੌਜੀ ਕਾਰਵਾਈ ਵੀ ਆਪਣਾ ਮੁੱਲ ਵਸੂਲ ਕਰ ਰਹੀ ਹੈ, ਪਰ ਆਰਥਿਕ ਸਥਿਤੀ ਦੇ ਵਿਗੜਨ ਦਾ ਅਸਲ ਕਾਰਨ ਬੁਸ਼ ਦੀਆਂ ਆਰਥਿਕ ਨੀਤੀਆਂ ਹਨ। ਇਹਨਾਂ ਨੀਤੀਆਂ ਅਧੀਨ ਉਤਲੇ ਵਰਗਾਂ ਨੂੰ ਖਰਬਾਂ ਡਾਲਰ ਦੀ ਟੈਕਸ ਛੋਟ ਦਿੱਤੀ ਜਾ ਰਹੀ ਹੈ ਤੇ ਸੈਨਿਕ ਖਰਚਿਆਂ ਵਿੱਚ ਬੇਹਤਾਸ਼ਾ ਵਾਧਾ ਕੀਤਾ ਜਾ ਰਿਹਾ ਹੈ। ਇਹਨਾਂ ਨੀਤੀਆਂ ਨੂੰ ਬੁਸ਼ ਹਰ ਹਾਲਤ ਵਿੱਚ ਜਾਰੀ ਰੱਖਣ ਉੱਤੇ ਤੁਲਿਆ ਹੋਇਆ ਹੈ। ਸੋ ਬੁਸ਼ ਦਾ ਧਿਆਨ ਇਸ ਗੱਲ ਵੱਲ ਨਹੀਂ ਹੈ ਕਿ ਉਸ ਦੇ ਦੇਸ਼ ਦੀ ਆਰਥਿਕਤਾ ਕਿੱਧਰ ਨੂੰ ਜਾ ਰਹੀ ਹੈ, ਬਲਕਿ ਉਸ ਦਾ ਧਿਆਨ ਇਸ ਗੱਲ ਵੱਲ ਹੈ ਕਿ ਅਗਲੀਆਂ ਚੋਣਾਂ ਵਿੱਚ ਜਿੱਤ ਕੇ ਉਹ ਪ੍ਰਧਾਨ ਕਿਵੇਂ ਬਣਿਆ ਰਹਿ ਸਕਦਾ ਹੈ। ਤੇ ਸਿਰਫ ਪ੍ਰਧਾਨ ਬਣਨ ਲਈ ਹੀ ਉਹ ਹਮਲੇ ਕਰਦਾ ਹੈ, ਇਸੇ ਲਈ ਉਹ ਕਾਬਜ਼ ਹੋਣ ਦੀ ਕੋਸ਼ਿਸ਼ ਕਰਦਾ ਹੈ, ਇਸੇ ਲਈ ਲੋਕਾਂ ਵਿੱਚ ਸਹਿਮ ਪੈਦਾ ਕਰਦਾ ਹੈ ਤੇ ਇਸੇ ਲਈ ਹੀ ਆਪਣੇ ਅਮਰੀਕਾ ਦੇ ਵਾਸੀਆਂ ਦੇ ਮਨਾਂ ਵਿੱਚ ਟੇਢੀਆਂ ਮੇਢੀਆਂ ਗੱਲਾਂ ਪਾ ਕੇ ਉਹਨਾਂ ਨੂੰ ਗੁੰਮਰਾਹ ਕਰਦਾ ਹੈ। ਅਗਲੇ ਹਿੱਸੇ ਵਿੱਚ ਸੁਰਜਨਜੀਤ ਵੀ ਕਹਿੰਦਾ ਹੈ ਕਿ ਜੰਗੀ ਜਨੂੰਨ ਭੜਕਾਉਣ ਦੀ ਬੁਸ਼ ਪ੍ਰਸ਼ਾਸਨ ਦੀ ਲੋੜ ਨੂੰ ਪਿਛਲੇ ਸਮੇਂ ਵਿੱਚ ਆਏ ਇੱਕ ਹੋਰ ਮਾਮਲੇ ਨੇ ਕੁਝ ਵਧੇਰੇ ਹੀ ਆਵਸ਼ਕ ਬਣਾ ਦਿੱਤਾ। ਇਹ ਮਾਮਲਾ ਉਹਨਾਂ ਕਾਰਪੋਰੇਟ ਸਕੈਂਡਲਾਂ ਦਾ ਸੀ ਜਿਹੜੇ ਪਰਮਾਣੂ ਧਮਾਕਿਆਂ ਦੀ ਸ਼ਿੱਦਤ ਨਾਲ ਸਾਹਮਣੇ ਆਏ ਅਤੇ ਜਿਨ੍ਹਾਂ ਇਕੱਲੇ ਬੁਸ਼ ਪ੍ਰਸ਼ਾਸਨ ਦੀਆਂ ਹੀ ਨਹੀਂ, ਸਮੁੱਚੇ ਨਿਜ਼ਾਮ ਦੀਆਂ ਜੜ੍ਹਾਂ ਹਿਲਾ ਦਿੱਤੀਆਂ। ਇਹ ਨਹੀਂ ਸੋਚਣਾ ਚਾਹੀਦਾ ਕਿ ਸਿਰਫ ਸਾਡੇ ਭਾਰਤ ਵਿੱਚ ਹੀ ਸਕੈਂਡਲ ਹੁੰਦੇ ਹਨ, ਜਾਂ ਕਹਿ ਲਓ ਵੀ ਸਾਡੇ ਭਾਰਤ ਵਿੱਚ ਹੀ ਕਰਪਸ਼ਨ ਹੈ, ਜਾਂ ਇਹ ਵੀ ਨਹੀਂ ਸੋਚਣਾ ਚਾਹੀਦਾ ਕਿ ਸਿਰਫ ਸਾਡੇ ਭਾਰਤ ਦੇ ਰਾਜਨੀਤੀਵਾਨ ਜਿਹੜੇ ਲੀਡਰ ਲੋਕ ਨੇ, ਨੇਤਾ ਲੋਕ ਨੇ, ਸਿਰਫ ਇਹੀ ਕਰਪਟ ਨੇ, ਬਲਕਿ ਸਾਰੀ ਦੁਨੀਆ ਦੇ ਨੇਤਾ, ਸਾਰੀ ਦੁਨੀਆ ਦੇ ਵਿੱਚ ਹੀ ਕਰਪਸ਼ਨ ਹੈ, ਸਾਰੀ ਦੁਨੀਆ ਦੇ ਨੇਤਾ ਕਰਪਟ ਨੇ। ਇਹ ਲੋਕ ਨੇ, ਇਹ ਆਪਣਾ ਰਾਜ ਸਥਾਪਿਤ ਕਰਨ ਲਈ ਹਰ ਇੱਕ ਤਰ੍ਹਾਂ ਦੇ ਛੜਯੰਤਰ ਰਚਦੇ ਨੇ ਔਰ ਇਹ ਛੜਯੰਤਰ ਹਮੇਸ਼ਾ ਚੱਲਦੇ ਹੀ ਰਹਿਣੇ ਨੇ। ਤੇ ਇਸੇ ਤਰੀਕੇ ਨਾਲ ਅਮਰੀਕਾ ਦੇ ਵਿੱਚ ਵੀ ਜਾਰਜ ਬੁਸ਼ ਨੇ, ਤੇ ਇਸੇ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਵੀ ਬੁਸ਼ ਨੇ ਸਿਰਫ ਆਪਣੇ ਆਪ ਨੂੰ ਸੱਤਾ ਦੇ ਵਿੱਚ ਕਾਇਮ ਰੱਖਣ ਲਈ ਬਹੁਤ ਸਾਰੀਆਂ ਅਜਿਹੀਆਂ ਸਾਜ਼ਿਸ਼ਾਂ ਨੂੰ ਅੰਜਾਮ ਦਿੱਤਾ ਤੇ ਇਹਦੇ ਨਾਲ ਹੀ ਉਹਨੇ ਬਹੁਤ ਸਾਰੇ ਸਕੈਂਡਲਾਂ ਦੇ ਉੱਤੇ ਪਰਦਾ ਵੀ ਪਾਇਆ। ਭਾਵੇਂ ਇਹਨਾਂ ਸਕੈਂਡਲਾਂ ਨੇ ਅਮਰੀਕਾ ਦਾ ਆਰਥਿਕ ਪੱਖੋਂ ਬਹੁਤ ਨੁਕਸਾਨ ਕੀਤਾ ਸੀ, ਪਰ ਇਸ ਦੇ ਬਾਵਜੂਦ ਵੀ ਉਸਨੇ ਇਹਨਾਂ ਸਾਰੇ ਸਕੈਂਡਲਾਂ ਦੇ ਉੱਤੇ ਪਰਦਾ ਪਾ ਕੇ ਆਪਣੇ ਆਪ ਨੂੰ ਬਚਾਈ ਰੱਖਿਆ। ਸੁਰਜਨਜੀਤ ਨੇ ਇਸ ਲੇਖ ਵਿੱਚ ਅੱਗੇ ਕੁਝ ਸਕੈਂਡਲਾਂ ਦੀ ਗੱਲ ਕੀਤੀ ਹੈ, ਜਿਨ੍ਹਾਂ ਸਕੈਂਡਲਾਂ ਦਾ ਸੰਬੰਧ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੇ ਨਾਲ ਹੈ, ਤੇ ਇਹਨਾਂ ਨੂੰ ਆਪਾਂ ਥੋੜ੍ਹਾ ਜਿਹਾ ਥੋਰੋਲੀ ਪੜ੍ਹਾਂਗੇ ਤਾਂ ਕਿ ਤੁਹਾਨੂੰ ਇਹ ਗੱਲ ਸਮਝ ਆ ਜੇ। ਬੱਚਿਓ ਧਿਆਨ ਨਾਲ ਸੁਣਨਾ ਹੈ ਤਾਂ ਕਿ ਕੋਈ ਵੀ ਵਿਸ਼ਾ ਰਹਿ ਨਾ ਜਾਵੇ। ਜੇ ਇੱਕ ਵੀ ਵਿਸ਼ਾ ਇਹਦੇ ਵਿੱਚੋਂ ਰਹਿ ਗਿਆ ਤਾਂ ਸਾਰੇ ਦਾ ਸਾਰਾ ਲੇਖ ਤੁਹਾਨੂੰ ਸਮਝ ਨਹੀਂ ਆਏਗਾ। ਐਨਰੌਨ ਅਤੇ ਵਰਲਡਕਾਮ ਦੇ ਸਕੈਂਡਲਾਂ ਦੀ ਗੂੰਜ ਦੇ ਦਰਮਿਆਨ ਹੀ ਕਿਤੇ ਵਧੇਰੇ ਭਿਆਨਕ ਹਕੀਕਤ ਇਹ ਸਾਹਮਣੇ ਆਈ ਕਿ ਫਰਾਡ ਤੇ ਜਾਲਸਾਜ਼ੀ ਉਤਲੀਆਂ ਦੋ ਕੰਪਨੀਆਂ ਤੱਕ ਹੀ ਸੀਮਿਤ ਨਹੀਂ। ਇਹ ਗੈਰ ਸਮਾਜੀ ਦੁਰਾਚਾਰ ਤਾਂ ਸਮੁੱਚੇ ਕਾਰਪੋਰੇਟ ਸੈਕਟਰ ਦਾ ਦਸਤੂਰ ਹੀ ਬਣ ਚੁੱਕਾ ਹੈ। ਜਿਵੇਂ ਜਿਵੇਂ ਹਕੀਕਤ ਉਧੜਦੀ ਗਈ, ਤਸਵੀਰ ਹੋਰ ਵੀ ਘਿਨਾਉਣੀ ਹੁੰਦੀ ਗਈ। ਜਿਸ ਕਹਿੰਦੀ ਕਹਾਉਂਦੀ ਕੰਪਨੀ ਤੋਂ ਪਰਦਾ ਉੱਠਦਾ, ਉਹੀ ਫਰਾਡ ਤੇ ਜਾਲਸਾਜ਼ੀ ਵਿੱਚ ਗੁੜਚ ਨਜ਼ਰ ਆਉਂਦੀ। ਛੇਤੀ ਹੀ ਇਹ ਗੱਲ ਵੀ ਸਾਹਮਣੇ ਆ ਗਈ ਕਿ ਇਹ ਗਲਾਜ਼ਤ ਸਿਰਫ ਕਾਰੋਬਾਰੀ ਦੁਨੀਆ ਤੱਕ ਹੀ ਸੀਮਿਤ ਨਹੀਂ। ਜ਼ਿੰਦਗੀ ਦਾ ਕੋਈ ਖੇਤਰ ਅਜਿਹਾ ਨਹੀਂ ਜਿਹੜਾ ਇਸ ਗੰਦਗੀ ਤੋਂ ਨਿਰਲੇਪ ਸੀ। ਇਸ ਵਿੱਚ ਅਕਾਊਂਟਿੰਗ ਫਰਮਾਂ ਸ਼ਾਮਲ ਸਨ, ਜਿਨ੍ਹਾਂ ਦਾ ਕੰਮ ਤਾਂ ਵੱਖ-ਵੱਖ ਕੰਪਨੀਆਂ ਦੀ ਮਾਲੀ ਹਾਲਤ ਦੀ ਸਹੀ ਤਸਵੀਰ ਅੰਕਿਤ ਕਰਨਾ ਸੀ, ਪਰ ਜਿਨ੍ਹਾਂ ਦਾ ਅਸਲ ਧੰਦਾ ਜਾਅਲੀ ਹਿਸਾਬ ਖਾਤੇ ਤਿਆਰ ਕਰਨਾ ਬਣ ਚੁੱਕਾ ਸੀ ਤਾਂ ਜੋ ਆਮ ਸ਼ੇਅਰ ਹੋਲਡਰਾਂ ਨੂੰ ਧੋਖੇ ਵਿੱਚ ਰੱਖਿਆ ਜਾ ਸਕੇ। ਇਸ ਵਿੱਚ ਸਟਾਕ ਬ੍ਰੋਕਰ ਸ਼ਾਮਲ ਸਨ
ਜਿਨ੍ਹਾਂ ਦਾ ਫਰਜ਼ ਆਪਣੇ ਗਾਹਕਾਂ ਨੂੰ ਇਹ ਦੱਸਣਾ ਸੀ ਕਿ ਕਿਸ ਕੰਪਨੀ ਦੇ ਹਿੱਸੇ ਖਰੀਦਣ ਵਿੱਚ ਉਹਨਾਂ ਨੂੰ ਫਾਇਦਾ ਹੋ ਸਕਦਾ ਹੈ, ਪਰ ਜਿਹੜੇ ਦਲਾਲੀ ਸੰਕਟ ਮਾਰੀਆਂ ਕੰਪਨੀਆਂ ਦੀ ਕਰਦੇ ਸਨ। ਇਸ ਵਿੱਚ ਸਿਆਸਤਦਾਨ ਵੀ ਸ਼ਾਮਲ ਸਨ, ਜਿਨ੍ਹਾਂ ਦਾ ਕਰਤੱਵ ਸਰਵਜਨਕ ਹਿੱਤਾਂ ਦੀ ਨਿਗਾਹਬਾਨੀ ਕਰਨਾ ਹੋਣਾ ਚਾਹੀਦਾ ਹੈ, ਪਰ ਜਿਹੜੇ ਪਾਲਣਾ ਕਰਦੇ ਸਨ ਲਾਲਚ ਤੇ ਹਿਰਸ ਦੇ ਮਾਰੇ ਹੋਏ ਕਾਰੋਬਾਰੀ ਖੇਤਰ ਦੀ। ਹੁਣ ਬੱਚੇ ਇਸ ਪਹਿਰੇ ਤੋਂ ਇਹ ਬਿਲਕੁਲ ਸਪਸ਼ਟ ਹੋ ਚੁੱਕਿਆ ਹੈ ਕਿ ਆਮ ਲੋਕ ਤੇ ਇਹ ਕਾਰਪੋਰੇਟ ਘਰਾਣੇ ਹੋਣ, ਭਾਵੇਂ ਵੱਡੀਆਂ ਵੱਡੀਆਂ ਮਲਟੀਨੇਸ਼ਨਲ ਕੰਪਨੀਆਂ ਜਾਂ ਹਿਸਾਬ ਕਿਤਾਬ ਰੱਖਣ ਵਾਲੀਆਂ ਕੰਪਨੀਆਂ, ਤੇ ਭਾਵੇਂ ਲੀਡਰ ਹੋਣ, ਨੇਤਾ ਹੋਣ, ਇਹ ਸਾਰੇ ਦੇ ਸਾਰੇ ਲੋਕ ਵੱਡੇ ਵੱਡੇ ਪੱਧਰਾਂ 'ਤੇ ਸਕੈਂਡਲ ਕਰਦੇ ਨੇ, ਵੱਡੇ ਵੱਡੇ ਪੱਧਰਾਂ ਦੇ ਉੱਤੇ ਪੈਸਾ ਧਨ ਇਕੱਠਾ ਕਰਦੇ ਨੇ ਜਾਲੀ ਕੰਮ ਕਰਕੇ, ਤੇ ਇਹਦੇ ਵਿੱਚ ਲੁੱਟ ਕਿਹਦੀ ਹੁੰਦੀ ਆ? ਆਮ ਲੋਕਾਂ ਦੀ। ਸੋ ਤੁਹਾਡੇ ਸਾਹਮਣੇ ਕੋਈ ਵੀ ਇਹੋ ਜਿਹਾ ਆਪਣੇ ਆਪ ਨੂੰ ਕਹਿੰਦਾ ਕਹਾਉਂਦਾ ਸੋਸ਼ਲ ਸਰਵੈਂਟ ਆ ਜੇ, ਆਪਣੇ ਆਪ ਨੂੰ ਕੋਈ ਵੀ ਕਹਿੰਦਾ ਕਹਾਉਂਦਾ ਲੋਕਾਂ ਦਾ ਮਸੀਹਾ ਆ ਜੇ, ਪਰ ਉਹ ਆਮ ਲੋਕਾਂ ਨਾਲ ਹਮੇਸ਼ਾ ਧੋਖਾਧੜੀ ਕਰੂਗਾ ਤੇ ਆਮ ਲੋਕਾਂ ਦਾ ਪੈਸਾ ਇਕੱਠਾ ਕਰਕੇ ਉਹ ਆਪਣੀਆਂ ਜੇਬਾਂ ਭਰੂਗਾ। ਅੱਗੇ ਪੜ੍ਹਦੇ ਹਾਂ ਕਿ ਰਿਪਬਲਿਕਨ ਪਾਰਟੀ ਤੇ ਇਸ ਦੇ ਆਗੂਆਂ ਦੇ ਸਬੰਧ ਵਿੱਚ ਤਾਂ ਇਹ ਗੱਲ ਖਾਸ ਤੌਰ 'ਤੇ ਸਾਹਮਣੇ ਆਈ ਕਿ ਐਨਰੌਨ ਤੋਂ ਹੋਰ ਦਾਗੀ ਕੰਪਨੀਆਂ ਇਸ ਦੀਆਂ ਸਭ ਤੋਂ ਵੱਡੀਆਂ ਫੰਡਦਾਤਾ ਰਹੀਆਂ ਹਨ। ਇਸ ਪਾਰਟੀ ਦੇ ਜਿਨ੍ਹਾਂ ਆਗੂਆਂ ਨੂੰ ਪਿਛਲੀਆਂ ਪ੍ਰਧਾਨਗੀ ਚੋਣਾਂ ਸਮੇਂ ਇਹਨਾਂ ਕੰਪਨੀਆਂ ਤੋਂ ਖੁੱਲ੍ਹੇ ਗੱਫੇ ਹਾਸਲ ਹੋਏ, ਉਹਨਾਂ ਵਿੱਚ ਪ੍ਰਧਾਨ ਬੁਸ਼ ਤੇ ਉਪ ਪ੍ਰਧਾਨ ਡਿਕ ਚੈਨੀ ਵੀ ਸ਼ਾਮਲ ਸਨ। ਮੇਰੇ ਖਿਆਲ ਦੇ ਵਿੱਚ ਤੁਹਾਨੂੰ ਇਹ ਸਾਰੀ ਹੁਣ ਸੀਨ ਸਮਝ ਆ ਗਿਆ ਹੋਣਾ ਬੱਚਿਓ ਕਿ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਨੇ ਪਹਿਲਾਂ ਉਹ ਪੈਸਾ ਦਿੰਦੀਆਂ ਨੇ ਦਾਨ ਦੇ ਨਾਂ 'ਤੇ ਕਹਿ ਲਓ, ਜਾਂ ਫੰਡ ਦੇ ਨਾਂ 'ਤੇ ਕਹਿ ਲਓ, ਜਾਂ ਪਾਰਟੀ ਫੰਡ ਦੇ ਨਾਂ 'ਤੇ, ਜਾਂ ਇਲੈਕਸ਼ਨ ਫੰਡ ਦੇ ਨਾਂ 'ਤੇ ਇਹਨਾਂ ਰਾਜਨੀਤਿਕ ਪਾਰਟੀਆਂ ਨੂੰ। ਅਤੇ ਫਿਰ ਜਦੋਂ ਕੋਈ ਵੀ ਰਾਜਨੀਤਿਕ ਪਾਰਟੀ ਸੱਤਾ ਦੇ ਵਿੱਚ ਆ ਜਾਂਦੀ ਹੈ, ਫਿਰ ਉਹਨਾਂ ਤੋਂ ਅਜਿਹੇ ਕਾਨੂੰਨ ਬਣਵਾਉਂਦੀਆਂ ਨੇ ਜਾਂ ਅਜਿਹੀਆਂ ਸਕੀਮਾਂ ਬਣਵਾਉਂਦੀਆਂ ਨੇ, ਅਜਿਹੀਆਂ ਸਕੀਮਾਂ ਇਸ਼ੂ ਕਰਵਾਉਂਦੀਆਂ ਨੇ ਜਿਨ੍ਹਾਂ ਦੇ ਨਾਲ ਉਹਨਾਂ ਦਾ ਲੱਖਾਂ ਕਰੋੜਾਂ ਅਰਬਾਂ ਦਾ ਫਾਇਦਾ ਹੁੰਦਾ ਹੈ। ਆ ਜਿਹੜੇ ਭਾਰਤ ਦੇ ਵਿੱਚ ਖੇਤੀ ਕਾਨੂੰਨ ਸੀਗੇ 3, ਉਹ ਇਸੇ ਤਰੀਕੇ ਨਾਲ ਹੀ ਬਣਵਾਏ ਗਏ ਕਾਨੂੰਨ ਸੀ, ਜਿਨ੍ਹਾਂ ਦਾ ਮੁੱਖ ਉਦੇਸ਼ ਕਿਸਾਨ ਨਹੀਂ ਸਨ ਜਾਂ ਕਿਸਾਨਾਂ ਦੀ ਭਲਾਈ ਨਹੀਂ ਸੀ, ਬਲਕਿ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦਾ ਮੁਨਾਫਾ ਕਮਾਉਣਾ ਸੀ। ਅੱਗੇ ਪੜ੍ਹਦੇ ਹਾਂ ਕਿ ਇਹਨਾਂ ਦੋਹਾਂ ਆਗੂਆਂ ਪ੍ਰਤੀ ਕਾਰਪੋਰੇਟ ਖੇਤਰ ਦੀ ਉਚੇਚੀ ਦਿਆਲਤਾ ਇਸ ਲਈ ਵੀ ਸੀ ਕਿ ਇਹ ਨਾ ਸਿਰਫ ਕੱਟੜ ਕੰਜ਼ਰਵੇਟਿਵ ਸੋਚ ਤੇ ਭਰੋਸੇਯੋਗ ਝੰਡੇਬਰਦਾਰ ਹਨ, ਸਗੋਂ ਇਹ ਦੋਵੇਂ ਭੱਦਰਪੁਰਸ਼ ਕਾਰਪੋਰੇਟ ਸੱਭਿਆਚਾਰ ਦੀ ਟਕਸਾਲੀ ਪੈਦਾਵਾਰ ਸਨ ਅਤੇ ਅਜਿਹੀਆਂ ਕਾਰੋਬਾਰੀ ਯੁਗਤਾਂ ਰਾਹੀਂ ਸਫਲਤਾ ਦੀਆਂ ਪੌੜੀਆਂ 'ਤੇ ਚੜ੍ਹੇ ਹਨ, ਜਿਨ੍ਹਾਂ ਲਈ ਬਹੁਤ ਸਾਰੀਆਂ ਕਾਰਪੋਰੇਸ਼ਨਾਂ ਦੇ ਉੱਚ ਅਧਿਕਾਰੀਆਂ ਨੂੰ ਹੁਣ ਦੋਸ਼ੀਆਂ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾ ਰਿਹਾ ਹੈ। ਇਹਨਾਂ ਆਗੂਆਂ ਸੰਬੰਧੀ ਜਿਹੜੇ ਵੇਰਵੇ ਸਾਹਮਣੇ ਆਏ ਹਨ, ਉਹ ਦੱਸਦੇ ਹਨ ਕਿ ਐਨਰੌਕ ਤੇ ਹੋਰ ਸਕੈਂਡਲਜ਼ ਦਾ ਕੰਪਨੀਆਂ ਨਾਲ ਇਹਨਾਂ ਦੇ ਸਬੰਧ ਫੰਡਾਂ ਦੇ ਲੈਣ ਦੇਣ ਰਾਹੀਂ ਡੂੰਘੀ ਰਾਜਨੀਤਿਕ ਸਾਂਝ ਭਿਆਲੀ ਤੱਕ ਪਹੁੰਚੇ ਹੋਏ ਹਨ। ਸੋ ਇਸ ਲੇਖ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਉਹ ਕੰਪਨੀਆਂ ਜਿਹੜੀਆਂ ਵੱਡੇ ਪੱਧਰ ਦੇ ਉੱਤੇ ਫੰਡ ਦਿੰਦੀਆਂ ਨੇ ਰਾਜਨੀਤਿਕ ਪਾਰਟੀਆਂ ਨੂੰ, ਤੇ ਉਹਦੇ ਬਦਲੇ ਦੇ ਵਿੱਚ ਬੁਸ਼ ਨੇ ਅਤੇ ਇਸ ਦੇ ਸਾਰੇ ਅਮਲੇ ਨੇ ਉਹਨਾਂ ਕੰਪਨੀਆਂ ਨੂੰ ਕਿਵੇਂ ਗੱਫੇ ਵੰਡੇ ਜਾਂ ਉਹਨਾਂ ਦੀਆਂ ਸਕੈਂਡਲਾਂ ਨੂੰ ਕਿਵੇਂ ਲੁਕੋਇਆ, ਇਸ ਬਾਰੇ ਇਸ ਲੇਖ ਵਿੱਚ ਦੱਸਿਆ ਗਿਆ ਹੈ। ਅਗਲੇ ਪੈਰੇ ਵਿੱਚ ਸੁਰਜਨਜੀਤ ਵੀ ਨੇ ਦੱਸਿਆ ਕਿ ਪ੍ਰਧਾਨ ਬੁਸ਼ ਨੇ ਆਪਣੀ ਪਹਿਲੀ ਵੱਡੀ ਕਮਾਈ ਉਦੋਂ ਕੀਤੀ ਸੀ ਜਦੋਂ ਉਸ ਟੈਕਸਾਸ ਦੀ ਤੇਲ ਕੰਪਨੀ ਹਾਰਕਨ ਐਨਰਜੀ ਦਾ ਡਾਇਰੈਕਟਰ ਹੁੰਦਾ ਸੀ। ਇਹ ਜੂਨ 1990 ਦੀ ਗੱਲ ਹੈ, ਜਦੋਂ ਉਸਨੇ ਇਸ ਕੰਪਨੀ ਦੇ ਅੰਦਰੂਨੀ ਆਡੀਟਰ ਵਜੋਂ ਇਸ ਦੀ ਅਸਲ ਹਾਲਤ ਦਾ ਪਤਾ ਲੱਗਦਿਆਂ ਹੀ ਆਪਣੇ ਸਾਰੇ ਸਟਾਕ ਵੇਚ ਕੇ 9 ਲੱਖ ਦੇ ਕਰੀਬ ਡਾਲਰ ਖਰੇ ਕਰ ਲਏ ਸਨ। ਇੱਥੇ ਬੱਚਿਓ ਮੈਂ ਤੁਹਾਨੂੰ ਇਹ ਗੱਲ ਦੱਸ ਦਿਆਂ ਕਿ ਜਿਹੜੇ ਕੰਪਨੀਆਂ ਦੇ ਵੱਡੇ ਅਹੁਦੇਦਾਰ ਹੁੰਦੇ ਹਨ, ਉਹਨਾਂ ਕੋਲੇ ਵੀ ਕੰਪਨੀਆਂ ਦੇ ਸ਼ੇਅਰ ਹੁੰਦੇ ਹਨ, ਅਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਕੰਪਨੀ ਹੁਣ ਡੁੱਬਣ ਵਾਲੀ ਹੈ ਤਾਂ ਉਹ ਆਪਣੇ ਸਾਰੇ ਸ਼ੇਅਰ ਮਾਰਕੀਟ 'ਚ ਵੇਚ ਦਿੰਦੇ ਨੇ। ਇਹਦੇ ਵਿੱਚ ਫਸਦਾ ਕੌਣ ਹੈ? ਆਮ ਲੋਕ, ਅਤੇ ਇਹ ਆਪਦਾ ਪੈਸਾ ਲੈ ਕੇ ਉੱਡ ਜਾਂਦੇ ਨੇ। ਹਾਲਾਂਕਿ ਇਹ ਗੈਰ ਕਾਨੂੰਨੀ ਹੈ, ਇਸ ਤਰੀਕੇ ਨਾਲ ਸ਼ੇਅਰ ਕੋਈ ਵੇਚ ਨਹੀਂ ਸਕਦਾ, ਅਤੇ ਜੇ ਕੋਈ ਇਸ ਤਰ੍ਹਾਂ ਆਪਣੇ ਸ਼ੇਅਰ ਵੇਚਣਾ ਵੀ ਚਾਹੁੰਦਾ ਹੋਵੇ ਤਾਂ ਉਸ ਨੂੰ ਸੰਬੰਧਿਤ ਕਮਿਸ਼ਨ ਨੂੰ ਇਸ ਦੀ ਇਨਫੋਰਮੇਸ਼ਨ ਦੇਣੀ ਪੈਂਦੀ ਹੈ, ਪਰ ਬੁਸ਼ ਨੇ ਅਜਿਹੀ ਕੋਈ ਇਨਫੋਰਮੇਸ਼ਨ ਕਿਸੇ ਕਮਿਸ਼ਨ ਨੂੰ ਨਹੀਂ ਦਿੱਤੀ। ਤਾਂ ਇਹਦੇ ਬਾਰੇ ਵੀ ਇੱਥੇ ਦੱਸਿਆ ਗਿਆ ਕਿ ਕਮਿਸ਼ਨ ਦੇ ਜਿਸ ਅਧਿਕਾਰੀ ਰਿਚਰਡ ਬੀਡ ਨੇ ਬੁਸ਼ ਦੀ ਕੁਤਾਹੀ ਦੀ ਪੜਤਾਲ ਕੀਤੀ ਸੀ, ਉਹ ਵਾਈਟ ਹਾਊਸ ਵਿੱਚ ਬੁਸ਼ ਦੇ ਪਿਤਾ ਸੀਨੀਅਰ ਬੁਸ਼ ਦੇ ਪ੍ਰਧਾਨ ਹੋਣ ਸਮੇਂ ਉਸ ਦਾ ਸਲਾਹਕਾਰ ਰਹਿ ਚੁੱਕਾ ਸੀ। ਸੋ ਇਸ ਤਰੀਕੇ ਨਾਲ ਇਹ ਸਾਰੇ ਪਰਿਵਾਰ ਹੀ ਮਤਲਬ ਉਹੋ ਜਿਹੇ ਅਧਿਕਾਰੀਆਂ ਨੂੰ
ਆਪਣੇ ਨਾਲ ਰੱਖਦੇ ਨੇ, ਜਿਹੜੇ ਇਹਨਾਂ ਦੀਆਂ ਜਾਲਸਾਜ਼ੀਆਂ ਵਿੱਚ ਇਹਨਾਂ ਦੇ ਭਾਗੀਦਾਰ ਬਣਦੇ ਹਨ। ਇਸੇ ਤਰੀਕੇ ਨਾਲ ਲੇਖਕ ਨੇ ਇਸ ਲੇਖ ਰਾਹੀਂ ਉਪ ਪ੍ਰਧਾਨ ਡਿਕ ਚੈਨੀ ਬਾਰੇ ਵੀ ਦੱਸਿਆ ਹੈ ਕਿ ਉਪ ਪ੍ਰਧਾਨ ਡਿਕ ਚੈਨੀ ਦੀ ਕਾਰੋਬਾਰੀ ਜ਼ਿੰਦਗੀ ਹੈ ਤਾਂ ਬਹੁਤ ਸੰਖੇਪ, ਪਰ ਉਸ ਦੀ ਵਾਰਤਾ ਹੋਰ ਵੀ ਸਨਸਨੀਖੇਜ਼ ਹੈ। ਉਹ 1995 ਤੋਂ 2000 ਤੱਕ 5 ਕੁ ਸਾਲ ਦੀ ਹੀ ਕਾਰਪੋਰੇਟ ਖੇਤਰ ਵਿੱਚ ਵਿਚਰੇ, ਪਰ ਇਸ ਸੰਖੇਪ ਸਮੇਂ ਵਿੱਚ ਹੀ ਉਹਨਾਂ ਕਾਰਪੋਰੇਟ ਦਾ ਪੇਚਾਂ ਵਿੱਚ ਆਪਣੀ ਉਸਤਾਦੀ ਨਾਲ ਸਾਰੇ ਕਾਰਪੋਰੇਟ ਸੰਸਾਰ ਨੂੰ ਝੁੰਧਿਆ ਦਿੱਤਾ। ਆਪਣੀ ਉਸਤਾਦੀ ਦਾ ਮੁੱਲ ਵੀ ਉਸਨੇ ਪੂਰਾ ਵਸੂਲ ਕੀਤਾ। ਤਨਖਾਹਾਂ, ਬੋਨਸ ਤੇ ਸਟਾਕ ਆਪਸ਼ਨਸ ਦੀ ਸ਼ਕਲ ਵਿੱਚ ਉਸਨੇ ਜਿੰਨੀ ਕੁਝ ਸਮੇਟਿਆ, ਉਹ 4 ਕਰੋੜ 50 ਲੱਖ ਡਾਲਰ ਦੀ ਚਕਰਾ ਦੇਣ ਵਾਲੀ ਰਕਮ ਤੱਕ ਜਾ ਪਹੁੰਚਦਾ ਹੈ। ਸੋ ਜਦੋਂ ਇਸ ਤਰ੍ਹਾਂ ਦੇ ਬੰਦੇ ਕੰਪਨੀਆਂ ਦੇ ਮਾਲਕ ਬਣਦੇ ਨੇ, ਉੱਥੋਂ ਦੇ ਉਹਨਾਂ ਕੰਪਨੀਆਂ ਦੇ ਸ਼ੇਅਰ ਖਰੀਦ ਕੇ ਜਾਂ ਉਹਨਾਂ ਕੰਪਨੀਆਂ ਦੇ ਵੱਡੇ ਅਹੁਦਿਆਂ ਦੇ ਉੱਤੇ ਕੰਮ ਕਰਦੇ ਨੇ, ਤਾਂ ਉਸ ਕੰਪਨੀ ਤੋਂ ਇੰਨੇ ਜ਼ਿਆਦਾ ਭੱਤੇ ਜਾਂ ਇੰਨੇ ਜ਼ਿਆਦਾ ਬੋਨਸ ਜਾਂ ਤਨਖਾਹਾਂ ਜਾਂ ਹੋਰ ਤਰ੍ਹਾਂ ਦੀਆਂ ਸਟਾਕ ਆਪਸ਼ਨਸ ਖਰੀਦ ਲੈਂਦੇ ਨੇ ਵੀ ਜਿਨ੍ਹਾਂ ਦੇ ਨਾਲ ਆਪਣੇ ਢਿੱਡ ਭਰ ਲੈਂਦੇ ਨੇ। ਡਿਕ ਚੈਨੀ ਬਾਰੇ ਲੇਖਕ ਨੇ ਅੱਗੇ ਦੱਸਿਆ ਕਿ ਡਿਕ ਚੈਨੀ ਦਾ ਅਸਲ ਕਿੱਤਾ ਸਿਆਸਤ ਸੀ। ਸੀਨੀਅਰ ਬੁਸ਼ ਦੀ ਪ੍ਰਧਾਨਗੀ ਸਮੇਂ ਉਹ ਰੱਖਿਆ ਸਕੱਤਰ ਦੇ ਉੱਚੇ ਅਹੁਦੇ ਉੱਤੇ ਨਿਯੁਕਤ ਰਹੇ, ਪਰ ਜਦੋਂ ਹੈਲੀਬਰਟਨ ਕੰਪਨੀ ਨੇ ਉਹਨਾਂ ਨੂੰ ਪ੍ਰਬੰਧਕ ਵਾਗਡੋਰ ਸੰਭਾਲਣ ਲਈ ਬੁਲਾਇਆ ਤਾਂ ਉਹਨਾਂ ਇਹ ਜਾਣਦਿਆਂ ਹੋਇਆਂ ਵੀ ਹਾਂ ਕਰਨ ਵਿੱਚ ਕੋਈ ਹਿਚਕਚਾਹਟ ਨਾ ਵਿਖਾਈ ਕਿ ਇਸ ਕੰਪਨੀ ਦੀ ਸ਼ੋਹਰਤ ਕੋਈ ਬਹੁਤੀ ਚੰਗੀ ਨਹੀਂ ਸੀ। ਆਪਣੇ ਅਣਉਚਿਤ ਤੌਰ ਤਰੀਕਿਆਂ ਕਾਰਨ ਇਹ ਕੰਪਨੀ ਕਈ ਵਾਰ ਜੁਰਮਾਨੇ ਭਰ ਚੁੱਕੀ ਸੀ। ਇਹ ਕੰਪਨੀ ਤੇਲ ਤੇ ਇਸ ਨਾਲ ਸੰਬੰਧਿਤ ਭਾਰੀ ਮਸ਼ੀਨਰੀ, ਕੰਸਟਰਕਸ਼ਨ ਆਦਿ ਦਾ ਕਾਰੋਬਾਰ ਕਰਦੀ ਸੀ। ਡਿਕ ਚੈਨੀ ਦਾ ਮੁੱਖ ਕੰਮ ਹੈਲੀਬਰਟਨ ਕੰਪਨੀ ਲਈ ਲਾਬੀ ਕਰਨਾ ਸੀ। ਕੰਪਨੀ ਨੂੰ ਆਸ ਸੀ ਕਿ ਰੱਖਿਆ ਸਕੱਤਰ ਵਜੋਂ ਜਿਹੜੇ ਕੰਟਰੈਕਟ ਉਸਨੇ ਹੋਰਨਾਂ ਦੇਸ਼ਾਂ ਦੇ ਸ਼ਾਹਾਂ ਤੇ ਸ਼ੇਖਾਂ ਨਾਲ ਅਤੇ ਪੈਂਟਾਗਨ ਦੇ ਨੀਤੀਕਾਰਾਂ ਨਾਲ ਬਣਾ ਰੱਖੇ ਸਨ, ਉਹਨਾਂ ਨੂੰ ਵਰਤ ਕੇ ਇੱਕ ਵੱਡੀ ਮਾਤਰਾ ਵਿੱਚ ਉਸਦੇ ਲਈ ਬਿਜ਼ਨਸ ਲਿਆ ਸਕੇਗਾ। ਡਿਕ ਚੈਨੀ ਦੀ ਲਾਬੀ ਕਰਨ ਦੀ ਯੋਗਤਾ ਵਿੱਚ ਹੈਲੀਬਰਟਨ ਕੰਪਨੀ ਦਾ ਵਿਸ਼ਵਾਸ ਬੇਬੁਨਿਆਦ ਨਹੀਂ ਸੀ। ਡਿਕ ਚੈਨੀ ਨੇ ਆਪਣੇ ਕਾਰਜਕਾਲ ਵਿੱਚ ਕੰਪਨੀ ਲਈ ਅਮਰੀਕੀ ਸਰਕਾਰ ਤੋਂ 2 ਅਰਬ 30 ਕਰੋੜ ਦਾ ਬਿਜ਼ਨਸ ਹਾਸਲ ਕੀਤਾ, ਜਿਹੜਾ ਪਿਛਲੇ 5 ਸਾਲਾਂ ਵਿੱਚ ਕੰਪਨੀ ਨੂੰ ਮਿਲੇ ਬਿਜ਼ਨਸ ਨਾਲੋਂ ਦੁੱਗਣਾ ਸੀ। ਸੋ ਇਸ ਤਰੀਕੇ ਨਾਲ ਡਿਕ ਚੈਨੀ ਨੇ ਉਸ ਕੰਪਨੀ ਲਈ ਪਹਿਲਾਂ ਲੌਬੀ ਤਿਆਰ ਕੀਤੀ ਤੇ ਉਸ ਤੋਂ ਬਾਅਦ ਉਸੇ ਕੰਪਨੀ ਨੂੰ ਹੀ ਠੱਗਣ ਦੀ ਕੋਸ਼ਿਸ਼ ਕੀਤੀ। ਸਿਰਫ ਡਿਕ ਚੈਨੀ ਹੀ ਨਹੀਂ, ਅੱਗੇ ਲੇਖਕ ਦੱਸਦਾ ਹੈ ਕਿ ਇਸ ਕੰਪਨੀ ਵਿਰੁੱਧ ਇਸ ਗੱਲ ਲਈ ਵੀ ਪੜਤਾਲ ਹੋ ਰਹੀ ਹੈ ਕਿ 1998 ਵਿੱਚ ਇਸ ਨੇ ਆਪਣੇ ਹਿਸਾਬ ਖਾਤਿਆਂ ਵਿੱਚ ਹੇਰਾਫੇਰੀ ਰਾਹੀਂ ਅਸਲ ਨਾਲੋਂ 10 ਕਰੋੜ ਡਾਲਰ ਦੇ ਵੱਧ ਮੁਨਾਫੇ ਦਿਖਾਏ। ਸੋ ਇਸ ਤਰੀਕੇ ਨਾਲ ਇਹ ਸਾਰੇ ਮੁਨਾਫੇ ਵੱਧ ਵਿਖਾ ਕੇ ਲੋਕਾਂ ਦਾ ਪੈਸਾ ਇਕੱਠਾ ਕਰ ਲੈਂਦੇ ਹਨ ਸ਼ੇਅਰਾਂ ਰਾਹੀਂ, ਤੇ ਉਸ ਤੋਂ ਬਾਅਦ ਆਪਣੇ ਸ਼ੇਅਰ ਵੇਚ ਕੇ ਆਪਣਾ ਪੈਸਾ ਖਰਾ ਕਰ ਲੈਂਦੇ ਹਨ। ਫਿਰ ਕੰਪਨੀ ਡੁੱਬ ਜਾਂਦੀ ਹੈ ਤੇ ਲੋਕਾਂ ਦਾ ਪੈਸਾ ਵੀ ਡੁੱਬ ਜਾਂਦਾ ਹੈ। ਇਸ ਤਰ੍ਹਾਂ ਦੀਆਂ ਜਾਲਸਾਜ਼ੀਆਂ ਅਤੇ ਧੋਖੇਧੜੀਆਂ ਦੇ ਨਾਲ ਕੰਪਨੀਆਂ ਦੇ ਉੱਚੇ ਅਹੁਦਿਆਂ 'ਤੇ ਕਰਨ ਵਾਲੇ ਲੋਕ ਨੇ ਪੈਸਾ ਇਕੱਠਾ ਕਰਦੇ ਹਨ, ਤੇ ਅਮਰੀਕਾ ਦਾ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਅਜਿਹੇ ਹੀ ਲੋਕਾਂ ਦੀ ਨਸਲ ਵਿੱਚ ਆਉਂਦੇ ਹਨ। ਇਹ ਸੁਣ ਕੇ ਸਾਨੂੰ ਬਹੁਤ ਵੱਡੀ ਹੈਰਾਨੀ ਹੁੰਦੀ ਹੈ। ਅੱਗੇ ਲੇਖ ਦੱਸਦਾ ਹੈ ਕਿ ਜੇ ਉਤਲੇ ਸਾਰੇ ਸਕੈਂਡਲ ਸਧਾਰਨ ਹਾਲਤਾਂ ਵਿੱਚ ਸਾਹਮਣੇ ਆਏ ਹੁੰਦੇ ਤਾਂ ਇਹਨਾਂ ਦੇ ਕਾਰਨ ਕਾਰਪੋਰੇਟ ਸੈਕਟਰ ਲਈ ਹੀ ਕਿਉਂ, ਸਮੁੱਚੇ ਨਿਜ਼ਾਮ ਲਈ ਆਪਣੇ ਆਪ ਨੂੰ ਆਰਥਿਕ, ਸਮਾਜੀ ਤੇ ਸਦਾਚਾਰਕ ਕਿਸੇ ਵੀ ਪੱਖ ਤੋਂ ਜਾਇਜ਼ ਠਹਿਰਾਉਣਾ ਅਸੰਭਵ ਹੋ ਜਾਣਾ ਸੀ, ਅਤੇ ਪ੍ਰਧਾਨ ਬੁਸ਼ ਤੇ ਉਪ ਪ੍ਰਧਾਨ ਡਿਕ ਚੈਨੀ ਲਈ ਇਹ ਸਵਾਲ ਦੇ ਬਰੀਕ ਨੱਕੇ ਵਿੱਚੋਂ ਲੰਘਣ ਵਰਗੀ ਅਤਿ ਕਠਿਨ ਮੁਸ਼ਕਲ ਪੈਦਾ ਹੋ ਜਾਣੀ ਸੀ ਕਿ ਕੀ ਉਹ ਮੌਜੂਦਾ ਉੱਚ ਅਹੁਦਿਆਂ ਉੱਤੇ ਟਿਕੇ ਰਹਿਣ ਦੇ ਯੋਗ ਆਖੇ ਜਾ ਸਕਦੇ ਹਨ। ਪਰ ਅਜਿਹਾ ਨਹੀਂ ਹੋਇਆ, ਕਿਉਂਕਿ ਇਹ ਲੋਕ ਹੀ ਰਾਜਨੀਤਿਕ ਪਾਰਟੀਆਂ ਵਿੱਚ ਬੈਠੇ ਸਨ ਤੇ ਸੱਤਾ ਦੇ ਵਿੱਚ ਸਨ, ਤੇ ਸੱਤਾ ਵਿੱਚ ਹੋਣ ਕਰਕੇ ਇਹਨਾਂ ਉੱਪਰ ਇਸ ਤਰ੍ਹਾਂ ਦਾ ਕੋਈ ਵੀ ਸਵਾਲ ਨਹੀਂ ਉੱਠਿਆ, ਤੇ ਇਹਨਾਂ ਨੇ ਆਰਾਮ ਨਾਲ ਇਸ ਸਾਰੇ ਘਪਲਿਆਂ ਵਿੱਚੋਂ ਪੈਸਾ ਇਕੱਠਾ ਕਰਕੇ ਹਜ਼ਮ ਕਰ ਲਿਆ। ਹੁਣ ਜਦੋਂ ਅਜਿਹੇ ਸਕੈਂਡਲ ਵੱਡੇ ਵੱਡੇ ਅਖਬਾਰਾਂ ਰਾਹੀਂ ਜਾਂ ਮੈਗਜ਼ੀਨਾਂ ਰਾਹੀਂ ਜਾਂ ਸਤਰਕ ਲੋਕ ਨੇ, ਚੇਤੰਨ ਲੋਕ ਨੇ, ਉਹਨਾਂ ਰਾਹੀਂ ਜਦੋਂ ਸਾਹਮਣੇ ਆਉਂਦੇ ਹਨ, ਤੇ ਫਿਰ ਉਹ ਇਹਨਾਂ ਸਕੈਂਡਲਾਂ ਦੇ ਲੋਕਾਂ ਸਾਹਮਣੇ ਨਸ਼ਰ ਹੋਣ ਦੇ ਡਰ ਤੋਂ ਬਚਣ ਲਈ ਇਹ ਕੀ ਕਰਦੇ ਨੇ ਵੀ ਇਸ ਤਰ੍ਹਾਂ ਦੇ ਹਮਲੇ ਕਰਦੇ ਨੇ, ਇਸ ਤਰ੍ਹਾਂ ਦੇ ਅੰਤਰਰਾਸ਼ਟਰੀ ਪੱਧਰ 'ਤੇ ਯੁੱਧ ਛੇੜਦੇ ਨੇ, ਤੇ ਜਾਂ ਫਿਰ ਹੋਰ ਇਸ ਤਰ੍ਹਾਂ ਦੀਆਂ ਅੰਤਰਰਾਸ਼ਟਰੀ ਗਤੀਵਿਧੀਆਂ ਕਰਦੇ ਹਨ ਜਿਨ੍ਹਾਂ ਨਾਲ ਇਹਨਾਂ ਦੇ ਕੀਤੇ ਹੋਏ ਸਕੈਂਡਲ ਛੁਪ ਸਕਣ। ਇਸੇ ਗੱਲ ਨੂੰ ਅੱਗੇ ਲੇਖ ਹੋਰ ਵਧਾ ਕੇ ਦੱਸਦਾ ਹੈ ਕਿ ਸਾਰੀ ਸਥਿਤੀ ਨੂੰ ਭਾਂਪਦਿਆਂ ਬੁਸ਼ ਨੇ ਇਰਾਕ ਉੱਤੇ ਹਮਲੇ ਨੂੰ ਦਹਿਸ਼ਤਗਰਦੀ ਵਿਰੁੱਧ ਲੜਾਈ ਦੇ ਹਿੱਸੇ ਵਜੋਂ ਆਪਣੇ ਏਜੰਡੇ ਦੀ ਪ੍ਰਥਮ ਤੇ ਫੌਰੀ ਮੱਦ
ਬਣਾ ਲਿਆ। ਹਾਲਾਂਕਿ ਪ੍ਰਸ਼ਾਸਨ ਇਸ ਗੱਲ ਦਾ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕਿਆ ਕਿ ਬਗਦਾਦ ਦਾ ਅਲ-ਕਾਇਦਾ ਨਾਲ ਕੋਈ ਦੂਰ ਦਾ ਵੀ ਵਾਸਤਾ ਹੈ। ਇਹ ਠੀਕ ਹੈ ਕਿ ਸਦਾਮ ਹੁਸੈਨ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਬੁਸ਼ ਸ਼ੁਰੂ ਤੋਂ ਹੀ ਕਰ ਰਿਹਾ ਸੀ, ਪਰ ਉਦੋਂ ਜਦੋਂ ਉਹ ਦਹਿਸ਼ਤਗਰਦੀ ਦੇ ਮੁਹਾਜ਼ ਤੋਂ ਵਿਹਲਾ ਹੋ ਜਾਏਗਾ। ਪਰ ਹੁਣ ਤਾਂ ਬੁਸ਼ ਤੇ ਉਸਦੇ ਸਲਾਹਕਾਰਾਂ ਨੇ ਇਰਾਕ ਉੱਤੇ ਅਗਾਊਂ ਹਮਲੇ ਤੋਂ ਇਲਾਵਾ ਹੋਰ ਕੋਈ ਗੱਲ ਕਰਨੀ ਹੀ ਛੱਡ ਦਿੱਤੀ। ਜਿਸ ਤਰ੍ਹਾਂ ਕੁਝ ਟਿੱਪਣੀਕਾਰਾਂ ਨੇ ਨੋਟ ਵੀ ਕੀਤਾ, ਉਨੀ ਦਿਨੀਂ ਟੀਵੀ ਦਾ ਕੋਈ ਨਿਊਜ਼ ਚੈਨਲ ਨਹੀਂ ਸੀ ਹੁੰਦਾ ਜਿਸ ਤੋਂ ਬੁਸ਼, ਉਸਦੀ ਪਤਨੀ ਲਾਰਾ, ਵਿਦੇਸ਼ ਸਕੱਤਰ ਕੋਲਿਨ ਪਾਵਲ, ਉਪ ਪ੍ਰਧਾਨ ਡਿਕ ਚੈਨੀ, ਰੱਖਿਆ ਸਕੱਤਰ ਡਾਨਲਡ ਰਮਜ਼ਫੀਲਡ ਜਾਂ ਸੁਰੱਖਿਆ ਸਲਾਹਕਾਰ ਕਾਂਡੋ ਰਾਈਸ ਵਿੱਚੋਂ ਕੋਈ ਨਾ ਕੋਈ ਇਹ ਬਿਆਨ ਨਾ ਕਰ ਰਿਹਾ ਹੁੰਦਾ ਕਿ ਜੇ ਆਜ਼ਾਦ ਸੰਸਾਰ ਨੇ ਹੁਣੇ ਇਸੇ ਵੇਲੇ ਇਰਾਕ ਉੱਤੇ ਹਮਲਾ ਨਾ ਕੀਤਾ ਤਾਂ ਉਹ ਅਤ ਭਿਆਨਕ ਖਤਰਾ ਮੁੱਲ ਲੈ ਰਿਹਾ ਹੋਵੇਗਾ। ਸੋ ਇਸ ਤਰੀਕੇ ਨਾਲ ਵਿਦਿਆਰਥੀਓ ਆਪਣੇ ਸਕੈਂਡਲਾਂ ਨੂੰ ਪਰਦੇ ਹੇਠ ਕਰਨ ਲਈ ਇਹ ਅੰਤਰਰਾਸ਼ਟਰੀ ਪੱਧਰ ਉੱਤੇ ਅਜਿਹੀਆਂ ਰਾਜਨੀਤਿਕ ਜਾਂ ਯੁੱਧ ਨਾਲ ਸੰਬੰਧਿਤ ਗਤੀਵਿਧੀਆਂ ਕਰ ਦਿੰਦੇ ਹਨ, ਜਿਹੜੀਆਂ ਗਤੀਵਿਧੀਆਂ ਦੇ ਪਰਦੇ ਵਿੱਚ ਇਹਨਾਂ ਦੇ ਆਪਣੇ ਸਕੈਂਡਲ ਛੁਪ ਜਾਂਦੇ ਹਨ। ਪਰ ਇਹ ਭੁੱਲ ਜਾਂਦੇ ਹਨ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਹਨਾਂ ਜੰਗਾਂ ਦਾ ਮਨੁੱਖ ਜਾਤੀ ਉੱਪਰ ਕੀ ਅਸਰ ਪੈਂਦਾ ਹੈ, ਕਿੰਨਾ ਮਨੁੱਖਾਂ ਦਾ ਨੁਕਸਾਨ ਹੁੰਦਾ ਹੈ ਅਤੇ ਕਿੰਨਾ ਪੈਸੇ ਦਾ ਵੀ ਨੁਕਸਾਨ ਹੁੰਦਾ ਹੈ। ਲੇਖਕ ਅੱਗੇ ਦੱਸਦਾ ਹੈ ਕਿ ਬੁਸ਼ ਦੀ ਇਸ ਨਿਸੰਗ ਜੰਗਬੰਦੀ ਨੇ ਅਮਰੀਕਾ ਸਮੇਤ ਦੁਨੀਆ ਭਰ ਵਿੱਚ ਜ਼ਬਰਦਸਤ ਰੋਹ ਜਗਾਇਆ ਅਤੇ ਵੀਅਤਨਾਮ ਦੀ ਲੜਾਈ ਤੋਂ ਬਾਅਦ ਇੱਕ ਵਾਰ ਫੇਰ ਥਾਂ ਥਾਈਂ ਅਮਰੀਕੀ ਨੀਤੀਆਂ ਵਿਰੁੱਧ ਵਿਸ਼ਾਲ ਮੁਜ਼ਾਹਰੇ ਹੋਏ। ਪਰ ਬੁਸ਼ ਨੂੰ ਇਹਨਾਂ ਮੁਜ਼ਾਹਰਿਆਂ ਦੀ ਬਹੁਤੀ ਚਿੰਤਾ ਨਹੀਂ ਸੀ। ਦੇਸ਼ ਦੇ ਅੰਦਰ ਉਸ ਦਾ ਪੈਂਤੜਾ ਰਿਪਬਲਿਕ ਪਾਰਟੀ ਲਈ ਸਾਜ਼ਗਾਰ ਮਾਹੌਲ ਪੈਦਾ ਕਰ ਰਿਹਾ ਸੀ। ਇਸ ਪੈਂਤੜੇ ਨਾਲ ਮੱਧਕਾਲੀ ਚੋਣਾਂ ਵਿੱਚ ਰਿਪਬਲਿਕ ਪਾਰਟੀ ਨੂੰ ਆਸ ਨਾਲੋਂ ਵਧੇਰੇ ਸਫਲਤਾ ਹਾਸਲ ਹੋਈ। ਸੈਨੇਟ ਉੱਤੇ ਉਸ ਦੀ ਪਾਰਟੀ ਦਾ ਮੁੜ ਤੋਂ ਕਬਜ਼ਾ ਹੋ ਗਿਆ ਅਤੇ ਕਾਂਗਰਸ ਵਿੱਚ ਉਸ ਨੇ ਆਪਣੀ ਬਹੁ ਗਿਣਤੀ ਹੋਰ ਵਧਾ ਲਈ। ਭਾਵੇਂ ਰਾਜਨੀਤਿਕ ਨਿਰੀਖਕਾਂ ਦਾ ਕਹਿਣਾ ਹੈ ਕਿ ਰਿਪਬਲਿਕ ਪਾਰਟੀ ਦੀ ਇਸ ਜਿੱਤ ਵਿੱਚ ਡੈਮੋਕ੍ਰੈਟਿਕ ਪਾਰਟੀ ਦੀ ਸਿਥਲਤਾ ਤੇ ਨਿਪੁੰਸਕਤਾ ਦਾ ਵੀ ਚੋਖਾ ਹਿੱਸਾ ਸੀ। ਇਸ ਤਰੀਕੇ ਨਾਲ ਉਸ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇੱਕ ਤਾਂ ਆਪਣੇ ਆਪ ਨੂੰ ਰਾਜ ਸੱਤਾ ਦੇ ਉੱਤੇ ਸਥਾਪਿਤ ਕਰ ਲਿਆ ਅਤੇ ਆਪਣੀਆਂ ਜਾਲਸਾਜ਼ੀਆਂ ਤੇ ਆਪਣੇ ਸਕੈਂਡਲਾਂ ਨੂੰ ਵੀ ਦਬਾ ਲਿਆ। ਲੇਖਕ ਦੱਸਦਾ ਹੈ ਕਿ ਅਮਰੀਕਾ ਦੇ ਵਿੱਚ ਅਜਿਹੇ ਸਕੈਂਡਲ ਕੋਈ ਬਹੁਤੀ ਵੱਡੀ ਗੱਲ ਨਹੀਂ ਸੀ। ਆਮ ਤੌਰ 'ਤੇ ਲਗਭਗ ਰੋਜ਼ਾਨਾ ਹੀ ਕੋਈ ਨਾ ਕੋਈ ਸਕੈਂਡਲ ਸਾਹਮਣੇ ਆ ਜਾਂਦਾ ਸੀ ਤੇ ਪਰ ਇਹ ਸਕੈਂਡਲ ਥੋੜ੍ਹੇ ਜਿਹੇ ਵੱਖਰੇ ਸਨ, ਇਸ ਕਰਕੇ ਉਹਨਾਂ ਨੇ ਇਹਦੇ ਬਾਰੇ ਲਿਖਿਆ ਹੈ। ਪਰ ਇਸ ਵਾਰ ਕਾਰਪੋਰੇਟ ਸਕੈਂਡਲਾਂ ਦੇ ਆਕਾਰ ਤੇ ਘੇਰੇ ਨੂੰ ਦੇਖ ਕੇ ਇਹ ਅਖਬਾਰਾਂ ਵੀ ਦੰਗ ਰਹਿ ਗਈਆਂ। ਜਿਹੜਾ ਕਾਰਪੋਰੇਟ ਸੈਕਟਰ ਪੂੰਜੀਵਾਦੀ ਨਿਜ਼ਾਮ ਦਾ ਸਿਰਤਾਜ ਖਿਡਾਰੀ ਸਮਝਿਆ ਜਾਂਦਾ ਹੈ, ਉਹ ਕਿਸੇ ਕਿਸਮ ਦੀ ਸਮਾਜੀ ਜ਼ਿੰਮੇਵਾਰੀ ਤੋਂ ਇੰਨੀ ਮੁਜਰਮਾਨਾ ਹੱਦ ਤੱਕ ਬੇਹਿੱਸ ਹੋ ਸਕਦਾ ਹੈ ਤੇ ਇੰਨੀ ਖੁਦਗਰਜੀ ਤੇ ਲਾਲਚ ਦਾ ਸਬੂਤ ਦੇ ਸਕਦਾ ਹੈ, ਇਹ ਮੀਡੀਆ ਦੇ ਕਿਆਸ ਤੋਂ ਵੀ ਬਾਹਰ ਸੀ। ਉੱਘੇ ਆਰਥਿਕ ਮਾਹਰ ਤੇ ਟਿੱਪਣੀਕਾਰ ਪਾਲ ਕਰੂਗਮੈਨ ਨੇ ਨਿਊਯਾਰਕ ਟਾਈਮ ਵਿੱਚ ਲਿਖੇ ਆਪਣੇ ਹਫ਼ਤਾਵਾਰੀ ਕਾਲਮ ਵਿੱਚ ਨੋਟ ਕੀਤਾ ਕਿ ਕਾਰਪੋਰੇਟ ਸਕੈਂਡਲ ਅਜਿਹਾ ਸੰਗੀਨ ਵਰਤਾਰਾ ਹਨ ਕਿ ਇਹ 11 ਸਤੰਬਰ ਦੇ ਦਹਿਸ਼ਤਗਰਦ ਹਮਲਿਆਂ ਨਾਲੋਂ ਵੀ ਵਧੇਰੇ ਜ਼ਲਜ਼ਲਾ ਖੇਜ਼ ਤੇ ਪਰਿਵਰਤਨਸ਼ੀਲ ਸਾਬਤ ਹੋ ਸਕਦੇ ਹਨ। ਸੋ ਇਸ ਤਰੀਕੇ ਨਾਲ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੀਡੀਆ ਨੇ ਵੀ ਇਹਨਾਂ ਸਕੈਂਡਲਾਂ ਨੂੰ ਵੱਡੇ ਪੱਧਰ ਦੇ ਸਕੈਂਡਲ ਸਮਝਿਆ ਤੇ ਇੰਨੇ ਖਤਰਨਾਕ ਸਮਝਿਆ। ਅੱਗੇ ਲੇਖਕ ਨੇ ਦੱਸਿਆ ਹੈ ਕਿ ਜਦੋਂ ਇਹ ਕੰਪਨੀਆਂ ਵੱਡੇ ਪੱਧਰ ਦੇ ਉੱਤੇ ਫੰਡ ਜਿਹੜਾ ਰਾਜਨੀਤਿਕ ਪਾਰਟੀਆਂ ਨੂੰ ਦਿੰਦੀਆਂ ਨੇ ਤੇ ਉਸ ਦੇ ਬਦਲੇ ਦੇ ਵਿੱਚ ਉਹ ਰਾਜਨੀਤਿਕ ਪਾਰਟੀਆਂ ਜਦੋਂ ਸੱਤਾ 'ਚ ਆ ਜਾਂਦੀਆਂ ਹਨ ਤਾਂ ਉਹਨਾਂ ਤੋਂ ਉਹ ਕੀ ਪ੍ਰਾਪਤ ਕਰਦੀਆਂ ਹਨ ਅਤੇ ਦੁਨੀਆ ਦੀ ਸਭ ਤੋਂ ਵੱਡੀ ਇਸ ਊਰਜਾ ਕੰਪਨੀ ਨੇ ਚੰਦਿਆਂ ਵਜੋਂ ਦਿੱਤੇ ਆਪਣੇ ਡਾਲਰਾਂ ਦੇ ਇਵਜ਼ ਵਿੱਚ ਕੀ ਕੁਝ ਹਾਸਲ ਕੀਤਾ। ਜਿਹੜੀ ਵੀ ਰਿਆਇਤ ਇਸ ਮੰਗੀ ਇਸ ਨੂੰ ਮਿਲੀ। ਇਸ ਨੇ ਊਰਜਾ ਦੇ ਕਾਰੋਬਾਰ ਉੱਤੇ ਲਾਗੂ ਨੇਮ ਖਤਮ ਕਰਨ ਲਈ ਕਿਹਾ, ਇਹ ਖਤਮ ਕਰ ਦਿੱਤੇ ਗਏ। ਇਸ ਦੇ ਲਈ ਉੱਚਤਮ ਅਧਿਕਾਰੀਆਂ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿੰਦੇ। ਇਸ ਨੇ ਟੈਕਸਾਂ ਵਿੱਚ ਛੋਟ ਦੀ ਮੰਗ ਕੀਤੀ ਜਿਹੜੀ ਬਿਨਾਂ ਕਿਸੇ ਢਿੱਲ ਜਾਂ ਸੰਕੋਚ ਦੇ ਮਿਲ ਗਈ। ਇਹ ਵੀ ਕਦੇ ਨਹੀਂ ਹੋਇਆ ਕਿ ਜੇ ਅਤੇ ਜਦੋਂ ਕਦੇ ਵੀ ਇਸ ਨੇ ਉਪ ਪ੍ਰਧਾਨ ਡਿਕ ਚੈਨੀ ਨਾਲ ਗੱਲ ਕਰਨੀ ਚਾਹੀ ਤਾਂ ਇਸ ਨੂੰ ਇਸ ਦੇ ਲਈ ਵੇਲੇ ਕੁਵੇਲੇ ਦਾ ਖਿਆਲ ਕਰਨਾ ਪਿਆ ਹੋਵੇ। ਸੋ ਜ਼ਾਹਿਰ ਹੈ ਕਿ ਜਦੋਂ ਰਾਜਨੀਤਿਕ ਪਾਰਟੀਆਂ ਜਾਂ ਰਾਜਨੀਤੀਵਾਨ ਇਹਨਾਂ ਕੰਪਨੀਆਂ ਤੋਂ ਮਦਦ ਲੈਣਗੇ ਤਾਂ ਉਹਨਾਂ ਲਈ ਕੁਝ ਕਰਨਾ ਵੀ ਪਵੇਗਾ। ਅੱਗੇ ਲੇਖ ਦੱਸਦਾ ਹੈ ਕਿ ਪਰ ਦੁੱਖ ਦੀ ਗੱਲ ਇਹ ਹੈ ਕਿ ਸਰਮਾਏਦਾਰੀ ਦੇ ਇੰਨੀ ਸ਼ਰਮਿੰਦਾ ਹਾਲਤ ਵਿੱਚ ਫੜੇ ਜਾਣ ਦੀ ਸਜ਼ਾ ਇਰਾਕੀ ਲੋਕਾਂ ਨੂੰ ਭੁਗਤਣੀ ਪੈਣੀ ਹੈ। ਮਤਲਬ ਕਹਿਣ ਦਾ ਵੀ ਆਮ ਲੋਕਾਂ ਨੂੰ ਹੀ ਇਹਨਾਂ
ਸਕੈਂਡਲਾਂ ਦੀ ਸਜ਼ਾ ਭੁਗਤਣੀ ਪੈਂਦੀ ਹੈ। ਇਹ ਅਜੋਕੇ ਸਮੇਂ ਦਾ ਕਿੰਨਾ ਵੱਡਾ ਕਟਾਖ ਹੈ ਕਿ ਜਿਵੇਂ ਜਿਵੇਂ ਅਮਰੀਕਾ ਤਾਕਤਵਰ ਹੁੰਦਾ ਜਾ ਰਿਹਾ ਹੈ, ਇਸ ਦੀ ਅਸੁਰੱਖਿਆ ਦੀ ਭਾਵਨਾ ਵੱਧਦੀ ਜਾਂਦੀ ਹੈ, ਜਾਂ ਸ਼ਾਇਦ ਇਹ ਕਿ ਹੋਰ ਤੋਂ ਹੋਰ ਤਾਕਤਵਰ ਹੋਣ ਦੀ ਇਸ ਦੀ ਮੂੰਹ ਜ਼ੋਰ ਲਾਲਸਾ ਦੀ ਇਹ ਨਿਰੰਤਰ ਲੋੜ ਬਣ ਗਈ ਹੈ ਕਿ ਨਿੱਤ ਨਵਾਂ ਤੇ ਵਧੇਰੇ ਭਿਆਨਕ ਹਊਆ ਖੜਾ ਕੀਤਾ ਜਾਏ। ਮੰਨਿਆ ਕਿ ਅਲ-ਕਾਇਦਾ ਦਹਿਸ਼ਤਗਰਦਾਂ ਦਾ 11 ਸਤੰਬਰ ਦਾ ਹਮਲਾ ਇੰਨਾ ਅਚਨਚੇਤ, ਅਣਕਿਆਸਿਆ ਤੇ ਮਾਰੂ ਸੀ ਕਿ ਉਸ ਦਾ ਦਹਿਲ ਦੇਰ ਤੱਕ ਰਹਿਣਾ ਹੀ ਸੀ, ਪਰ ਅਮਰੀਕਾ ਵਰਗੀ ਵਾਹਦ ਸੰਸਾਰ ਤਾਕਤ ਇਸ ਹਮਲੇ ਤੋਂ ਇੰਨੀ ਹੜਬੜਾ ਉੱਠੇਗੀ ਕਿ ਉਸ ਨੂੰ ਸੰਸਾਰ ਦੀ ਹਰ ਨੁੱਕਰ ਵਿੱਚੋਂ ਖਤਰਾ ਦਿਸਣ ਲੱਗੇਗਾ। ਇਹ ਦੇਖ ਕੇ ਖਾਸੀ ਹੈਰਾਨੀ ਹੁੰਦੀ ਹੈ, ਭਾਵੇਂ ਉਸ ਦੀ ਖਤਰੇ ਦੀ ਮਾਨਸਿਕਤਾ ਕਿੰਨੀ ਵੀ ਸਿਆਸੀ ਮਸਲਹਿਤਾਂ ਦਾ ਸਿੱਟਾ ਕਿਉਂ ਨਾ ਹੋਵੇ। ਅਮਰੀਕਾ ਦੀ ਅਜਿਹੀ ਸੋਚ ਉੱਪਰ ਲੇਖਕ ਟਿੱਪਣੀ ਕਰਦਾ ਹੋਇਆ ਕਹਿੰਦਾ ਹੈ ਕਿ ਇਹ ਕਹਿਣਾ ਵੀ ਦਰੁਸਤ ਨਹੀਂ ਹੋਵੇਗਾ ਕਿ ਚੌਹਾਂ ਪਾਸਿਆਂ ਤੋਂ ਖਤਰਿਆਂ ਵਿੱਚ ਘਿਰੇ ਹੋਣ ਦੀ ਉਲਾਰ ਅਮਰੀਕੀ ਮਾਨਸਿਕਤਾ ਇਕੱਲੇ 11 ਸਤੰਬਰ ਦੇ ਹਮਲੇ ਦਾ ਹੀ ਸਿੱਟਾ ਹੈ। ਅਜਿਹੀ ਰਾਜਨੀਤਿਕ ਆਬਜ਼ਰਵਰ ਅਮਰੀਕਾ ਵਿੱਚ ਆਉਣ ਵਾਲੇ ਉਤਾਰ ਚੜ੍ਹਾਵਾਂ ਉੱਤੇ ਨਜ਼ਰ ਰੱਖਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਅਸੁਰੱਖਿਆ ਦੀ ਭਾਵਨਾ ਇਸ ਦਾ ਅੱਜ ਦਾ ਰੋਗ ਨਹੀਂ, ਇਹ ਭਾਵਨਾ ਤਾਂ ਲੰਮੇ ਸਮੇਂ ਤੋਂ ਇਸ ਦੀ ਜ਼ਹਿਨੀਅਤ ਦਾ ਹਿੱਸਾ ਬਣ ਚੁੱਕੀ ਹੈ। ਜਦੋਂ ਅਮਰੀਕਾ ਨੂੰ ਅਲ-ਕਾਇਦਾ ਦਾ ਚੇਤਾ ਵੀ ਨਹੀਂ ਸੀ, ਉਦੋਂ ਵੀ ਇਹ ਦੁਹਾਈ ਪਾ ਰਿਹਾ ਸੀ ਕਿ ਇਰਾਕ, ਉੱਤਰੀ ਕੋਰੀਆ ਤੇ ਲੀਬੀਆ ਅਜਿਹੇ 2-3 ਬਦਮਾਸ਼ ਦੇਸ਼ ਹਨ ਜਿਹੜੇ ਅਮਰੀਕਾ ਉੱਤੇ ਮਿਜ਼ਾਈਲਾਂ ਤੇ ਦੂਰਮਾਰ ਹਥਿਆਰਾਂ ਨਾਲ ਅਚੇਤਨ ਹਮਲੇ ਦੀ ਗੋਂਦ ਗੁੰਦ ਰਹੇ ਹਨ। ਅਜਿਹੇ ਖਿਆਲੀ ਹਮਲੇ ਦੀ ਆੜ ਵਿੱਚ ਬੁਸ਼ ਪ੍ਰਸ਼ਾਸਨ ਨੇ ਇੰਨੀ ਦੇਰ ਤੋਂ ਮੁਲਤਵੀ ਤਾਰਾ ਜੰਗ ਨੂੰ ਵੀ ਆਪਣਾ ਫੌਰੀ ਨਿਸ਼ਾਨਾ ਬਣਾ ਲਿਆ ਹੈ। ਹਾਲਾਂਕਿ ਸਿਰਕੱਢ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਸਾਰਾ ਪਲਾਨ ਇੰਨਾ ਗੈਰ ਹਕੀਕੀ ਹੈ ਕਿ ਇਸ ਨੂੰ ਸਿਰਫ ਸਿਆਸਤ ਦਾ ਪਾਗਲਾਨਾ ਸੁਪਨਾ ਹੀ ਕਿਹਾ ਜਾ ਸਕਦਾ ਹੈ। ਸੋ ਵਿਦਿਆਰਥੀਓ, ਬੁਸ਼ ਜਾਂ ਹੋਰ ਕੋਈ ਵੀ ਰਾਸ਼ਟਰਪਤੀ ਹੋਵੇ ਅਮਰੀਕਾ ਦਾ, ਉਹਨਾਂ ਨੂੰ ਇਹ ਲੱਗਦਾ ਹੈ ਕਿ ਅਮਰੀਕਾ ਨੂੰ ਸਾਰੀ ਦੁਨੀਆ ਤੋਂ ਖਤਰਾ ਹੈ। ਇਹੋ ਜਿਹੀ ਮਾਨਸਿਕਤਾ ਪਿੱਛੇ ਮੇਰੇ ਖਿਆਲ ਦੇ ਵਿੱਚ ਇਹ ਹੈ, ਤੇ ਲੇਖਕ ਵੀ ਇਹੀ ਗੱਲ ਦੱਸਦਾ ਹੈ ਕਿ ਅਸਲ ਵਿੱਚ ਉਹ ਹੋਰ ਸ਼ਕਤੀਸ਼ਾਲੀ ਹੋਣਾ ਚਾਹੁੰਦਾ ਹੈ, ਔਰ ਇਸੇ ਕਰਕੇ ਹੀ ਉਹ ਸਾਰੀ ਦੁਨੀਆ ਨੂੰ ਆਪਣਾ ਦੁਸ਼ਮਣ ਸਮਝਦਾ ਹੈ। ਤੇ ਅਜਿਹੀ ਸਥਿਤੀ ਦੇ ਵਿੱਚ ਅਮਰੀਕਾ ਦਾ ਰਾਸ਼ਟਰਪਤੀ ਜੇਕਰ ਉਸ ਨੂੰ ਛੋਟੀ ਤੋਂ ਛੋਟੀ ਟਿੱਪਣੀ ਵੀ ਕੋਈ ਹੋਰ ਦੇਸ਼ ਦਾ ਕੋਈ ਅਖਬਾਰੀ ਸੰਪਾਦਕ ਜਾਂ ਅਖਬਾਰ ਦਾ ਪੱਤਰਕਾਰ ਜਾਂ ਕੋਈ ਹੋਰ ਰਾਜਨੀਤੀਵਾਨ ਜਾਂ ਹੋਰ ਕੋਈ ਵੀ ਮਨੁੱਖ ਅਮਰੀਕਾ ਦੇ ਰਾਸ਼ਟਰਪਤੀ ਦੇ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਟਿੱਪਣੀ ਕਰ ਦੇਵੇ, ਤਾਂ ਉਹ ਇਸ ਤਰੀਕੇ ਨਾਲ ਤਿਲਮਿਲਾ ਜਾਂਦਾ ਹੈ। ਜਿਵੇਂ ਕਿ ਇੱਥੇ ਦੱਸਿਆ ਗਿਆ ਹੈ ਕਿ ਪਿੱਛੇ ਜਿਹੇ ਕੈਨੇਡਾ ਵਿੱਚ ਬਹੁਤ ਜ਼ਬਰਦਸਤ ਬਹਿਸ ਛਿੜ ਗਈ ਸੀ ਜਦੋਂ ਪ੍ਰਧਾਨ ਮੰਤਰੀ ਕ੍ਰੈਚੀ ਦੀ ਸੰਚਾਰ ਡਾਇਰੈਕਟਰ ਫਰਾਂਸੇ ਡੁਕਰਾਸ ਆਖ ਬੈਠੀ ਸੀ ਕਿ ਪ੍ਰਧਾਨ ਬੁਸ਼ ਵੀ ਕਿੰਨਾ ਘੁੱਗੂ ਆਦਮੀ ਹੈ। ਸੋ ਅਜਿਹੀ ਟਿੱਪਣੀ ਦੇ ਨਾਲ ਰਾਸ਼ਟਰਪਤੀ ਇੰਨਾ ਤਿਲਮਿਲਾ ਗਿਆ ਕਿ ਉਸ ਨੇ ਇਸ ਨੂੰ ਅੰਤਰਰਾਸ਼ਟਰੀ ਪੱਧਰ ਦਾ ਬਹੁਤ ਵੱਡਾ ਅਪਮਾਨ ਬਣਾ ਲਿਆ ਤੇ ਅੰਤ ਵਿੱਚ ਉਸ ਡਾਇਰੈਕਟਰ ਨੂੰ ਮਾफ़ੀ ਮੰਗਣੀ ਪਈ। ਇਸੇ ਤਰੀਕੇ ਨਾਲ ਅਮਰੀਕਾ ਦੇ ਇੱਕ ਲੇਖਕ ਮਾਰਕ ਕ੍ਰਿਸਪਨ ਮਿਲਰ ਨੇ ਬੁਸ਼ ਦੇ ਊਟ ਪਟੰਗ ਫਿਰਕਿਆਂ ਨੂੰ ਕਿਤਾਬੀ ਸ਼ਕਲ ਦੇਣ ਦੇ ਮੰਤਵ ਨਾਲ ਇਕੱਠਾ ਕਰਨਾ ਸ਼ੁਰੂ ਕੀਤਾ। ਉਸ ਦਾ ਇਹ ਕਿਤਾਬ ਲਿਖਣ ਦਾ ਮੰਤਵ ਨਿਰੋਲ ਹਾਸਾ ਠੱਠਾ ਹੀ ਸੀ, ਪਰ ਜਿਵੇਂ ਜਿਵੇਂ ਉਹ ਆਪਣੀ ਕਿਤਾਬ ਲਈ ਮਵਾਦ ਇਕੱਠਾ ਕਰਦਾ ਗਿਆ, ਉਸ ਵਿੱਚੋਂ ਬੁਸ਼ ਦੀ ਇੱਕ ਅਜਿਹੀ ਵੱਖਰੀ ਤਰ੍ਹਾਂ ਦੀ ਤਸਵੀਰ ਉੱਭਰਨ ਲੱਗੀ ਜਿਹੜੀ ਹਾਸ ਵਿਅੰਗ ਦੇ ਵਿਸ਼ੇ ਨਾਲੋਂ ਚਿੰਤਾ ਦਾ ਵਿਸ਼ਾ ਵਧੇਰੇ ਸੀ। ਉਸ ਦਾ ਵਿਸ਼ਲੇਸ਼ਣ ਇਹ ਹੈ ਕਿ ਜੇ ਵਾਈਟ ਹਾਊਸ ਵਿੱਚ ਬੈਠ ਕੇ ਪ੍ਰਧਾਨਗੀ ਕਰਨ ਵਾਲਾ ਬੁਸ਼ ਨਿਰਾ ਘੁੱਗੂ ਹੁੰਦਾ ਤਾਂ ਇਸ ਗੱਲ ਦਰਗੁਜ਼ਰ ਹੋ ਸਕਦੀ ਸੀ। ਬੁਸ਼ ਦਰਅਸਲ ਅਜਿਹੀ ਉਲਾਰ ਜਾਂ ਉਖੜੀ ਹੋਈ ਸ਼ਖਸੀਅਤ ਦਾ ਮਾਲਕ ਹੈ ਜਿਹਦਾ ਮੁੱਖ ਲੱਛਣ ਕੀਨਾ ਤੇ ਬਦਲਾਖੋਰੀ ਹੈ। ਮਿਲਰ ਨਿਊਯਾਰਕ ਯੂਨੀਵਰਸਿਟੀ ਵਿੱਚ ਕਲਚਰ ਤੇ ਕਮਿਊਨੀਕੇਸ਼ਨ ਦਾ ਪ੍ਰੋਫੈਸਰ ਹੈ ਤੇ ਅਕਾਦਮਿਕ ਤੇ ਸਾਹਿਤਕ ਹਲਕਿਆਂ ਵਿੱਚ ਜਾਣਿਆ ਪਛਾਣਿਆ ਨਾਂ ਹੈ। ਬੁਸ਼ ਬਾਰੇ ਉਸ ਦੀ ਕਿਤਾਬ ਡਿਸਲੈਕਸੀਕਨ ਆਬਜ਼ਰਵੇਸ਼ਨ ਔਨ ਦਾ ਨੈਸ਼ਨਲ ਡਿਸਆਰਡਰ ਛਪ ਚੁੱਕੀ ਹੈ ਤੇ ਵਿਆਪਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਿੱਛੇ ਜਿਹੇ ਆਪਣੀ ਟੋਰਾਂਟੋ ਫੇਰੀ ਸਮੇਂ ਉਹ ਕਿਹਾ, ਬੁਸ਼ ਹਸਾਉਣੀ ਹੱਦ ਤੱਕ ਊਟ ਪਟਾਂਗ ਤੇ ਬੇਤੁਕੀਆਂ ਗੱਲਾਂ ਉਦੋਂ ਕਰਦਾ ਹੈ ਜਦੋਂ ਉਸ ਨੂੰ ਅਜਿਹੇ ਵਿਸ਼ਿਆਂ ਉੱਤੇ ਗੱਲ ਕਰਨੀ ਪਏ ਜਿਨ੍ਹਾਂ ਦਾ ਸੰਬੰਧ ਕਰੁਣਾ, ਆਦਰਸ਼ਵਾਦ ਜਾਂ ਪਰਮਾਰਥ ਨਾਲ ਹੋਵੇ। ਉਸ ਨੂੰ ਆਪ ਹੁਦਰੇ ਬੋਲਣ ਵਿੱਚ ਕਦੇ ਮੁਸ਼ਕਲ ਨਹੀਂ ਆਉਂਦੀ ਜਦੋਂ ਉਹ ਕਿਸੇ ਨੂੰ ਸੋਧਣ ਜਾਂ ਦੰਡ ਦੇਣ ਦੀ ਜਾਂ ਹਿੰਸਾ ਤੇ ਇੰਤਕਾਮ ਦੀ ਗੱਲ ਕਰਦਾ ਹੈ। ਕਹਿਣ ਦਾ ਮਤਲਬ ਕਿ ਬੁਸ਼ ਦੀ ਮਾਨਸਿਕਤਾ ਅਜਿਹੀ ਹੋ ਗਈ ਹੈ ਕਿ ਸਾਰੀ ਦੁਨੀਆ ਉੱਤੇ ਉਹ ਆਪਣਾ ਗਲਬਾ ਸਥਾਪਿਤ ਕਰਨਾ ਚਾਹੁੰਦਾ, ਸਾਰੀ ਦੁਨੀਆ ਨਾਲ ਜੰਗ ਛੇੜਨੀ ਚਾਹੁੰਦਾ ਹੈ। ਅਜਿਹੇ ਮੁੱਦਿਆਂ ਉੱਤੇ ਜਦੋਂ ਉਹ ਬੋਲਦਾ ਤੇ ਬੜੇ ਆਰਾਮ ਨਾਲ ਤੇ ਸਧਾਰਨ ਅਵਸਥਾ ਵਿੱਚ ਬੋਲਦਾ, ਪਰ ਜਦੋਂ ਉਹਨੂੰ ਹੋਰ
ਮਸਲਿਆਂ ਦੇ ਉੱਤੇ ਬੋਲਣਾ ਪਵੇ ਤਾਂ ਉਹ ਬੋਲਣ ਲੱਗਿਆ ਬਹੁਤ ਊਟ ਪਟਾਂਗ ਬੋਲਦਾ ਹੈ। ਮਿਸਟਰ ਮਿਲਰ ਅਨੁਸਾਰ ਬੁਸ਼ ਇੱਕ ਅਜਿਹੀ ਵਿਪਰੀਤ ਸ਼ਖਸੀਅਤ ਹੈ ਜਿਸ ਵਿੱਚ ਸਮਾਜੀ ਜਾਂ ਇਖਲਾਕੀ ਜ਼ਿੰਮੇਵਾਰੀ ਦੀ ਗੁੰਜਾਇਸ਼ ਨਾ ਦੇ ਬਰਾਬਰ ਹੈ। ਲੇਖਕ ਦਾ ਕਹਿਣਾ ਹੈ ਕਿ ਬੁਸ਼ ਦੋਸਤੀ ਤੇ ਦਰਦਮੰਦੀ ਦੀ ਭਾਵਨਾ ਤੋਂ ਲਗਭਗ ਕੋਰਾ ਹੈ। ਉਹ ਅਜਿਹੀ ਸ਼ਖਸੀਅਤ ਹੈ ਜਿਸ ਨੂੰ ਆਪਣੇ ਅਧਿਕਾਰਤ ਹੋਣ ਬਾਰੇ ਕੁਝ ਵਧੇਰੇ ਹੀ ਗੁਮਾਨ ਹੈ ਅਤੇ ਜਿਸ ਨੂੰ ਦੰਡ ਦੇਣ ਤੇ ਬਦਲਾ ਲੈਣ ਦੀ ਗੱਲ ਹੀ ਕਰਨੀ ਆਉਂਦੀ ਹੈ। ਮਿਸਟਰ ਮਿਲਰ ਦੀ ਕਿਤਾਬ ਉੱਤੇ ਬੁਸ਼ ਦੇ ਹਮਾਇਤੀਆਂ ਨੇ ਛਟਪਟਾਉਣਾ ਹੀ ਸੀ। ਹਾਲਾਂਕਿ ਆਲੋਚਕ ਉਸ ਦੀ ਕਮਾਲ ਦੀ ਵਾਰਤਕ ਸ਼ੈਲੀ ਤੇ ਜ਼ੁਬਾਨ ਦੀ ਚਾਸ਼ਨੀ ਦੀ ਬੜੀ ਤਾਰੀਫ ਕਰ ਰਹੇ ਹਨ। ਪ੍ਰਧਾਨ ਬੁਸ਼ ਬਾਰੇ ਯੂਰਪ ਦੇ ਆਗੂਆਂ ਦੀ ਰਾਏ ਵੀ ਮਿਸਟਰ ਮਿਲਰ ਦੀ ਹੀ ਪੁਸ਼ਟੀ ਕਰਦੀ ਹੈ। ਬਰਤਾਨੀਆ ਦੀ ਲੇਬਰ ਪਾਰਟੀ ਦੇ ਵਿਦੇਸ਼ੀ ਮਾਮਲਿਆਂ ਬਾਰੇ ਸਾਬਕਾ ਅਧਿਕਾਰੀ ਤੇ ਸਤਿਕਾਰਤ ਨੀਤੀਵਾਨ ਮਿਸਟਰ ਜੈਰਾਲਡ ਕਾਫਮੈਨ ਦਾ ਕਹਿਣਾ ਹੈ ਕਿ ਬੁਸ਼ ਮੇਰੀ ਸਿਆਸੀ ਜ਼ਿੰਦਗੀ ਵਿੱਚ ਬੌਧਿਕ ਤੌਰ 'ਤੇ ਸਭ ਤੋਂ ਪਛੜਿਆ ਹੋਇਆ ਅਮਰੀਕੀ ਪ੍ਰਧਾਨ ਹੈ ਅਤੇ ਉੱਤੋਂ ਇੱਕ ਅਜਿਹੇ ਸਲਾਹਕਾਰਾਂ ਵਿੱਚ ਘਿਰਿਆ ਹੋਇਆ ਹੈ ਕਿ ਜਿਨ੍ਹਾਂ ਦੀ ਜੰਗਬਾਜ਼ਾਨਾ ਜ਼ਹਿਨੀਅਤ ਜੇ ਕਿਸੇ ਗੱਲੋਂ ਘੱਟ ਹੈ ਤਾਂ ਉਹ ਹੈ ਉਹਨਾਂ ਦੀ ਰਾਜਨੀਤਿਕ, ਸੈਨਿਕ ਅਤੇ ਕੂਟਨੀਤਿਕ ਅਨਪੜ੍ਹਤਾ। ਇਹ ਹੈ ਪ੍ਰਧਾਨ ਬੁਸ਼ ਤੇ ਉਸਦੇ ਦਰਬਾਰੀ ਜਿਨ੍ਹਾਂ ਦੇ ਹੱਥਾਂ ਵਿੱਚ ਵਿਸ਼ਵ ਦੀ ਹੋਣੀ ਆਈ ਹੋਈ ਹੈ। ਕੁੱਲ ਮਿਲਾ ਕੇ ਇਸ ਲੇਖ ਦੇ ਰਾਹੀਂ ਜਾਰਜ ਬੁਸ਼ ਜਿਹੜਾ ਕਿ ਅਮਰੀਕਾ ਦਾ ਰਾਸ਼ਟਰਪਤੀ ਹੈ, ਉਸ ਦੀ ਅਜਿਹੀ ਜ਼ਹਿਨੀਅਤ ਦੀ ਗੱਲ ਕੀਤੀ ਹੋਈ ਹੈ ਜਿਹੜੀ ਕਿ ਉਸ ਦੀ ਰਾਜਨੀਤੀ ਜਾਂ ਉਸ ਦੀਆਂ ਰਾਜਨੀਤਿਕ ਗਤੀਵਿਧੀਆਂ ਦਾ ਇੱਕ ਹਿੱਸਾ ਹਨ। ਇਹ ਰਾਜਨੀਤਿਕ ਗਤੀਵਿਧੀਆਂ ਵਿਸ਼ਵ ਪੱਧਰ ਉੱਤੇ ਆਪਣਾ ਗਲਬਾ ਸਥਾਪਿਤ ਕਰਨਾ, ਜੰਗਾਂ ਨੂੰ ਤਰਜੀਹ ਦੇਣਾ ਤੇ ਲੋਕਾਂ ਨੂੰ ਗੁੰਮਰਾਹ ਕਰਨਾ, ਲੋਕਾਂ ਵਿੱਚ ਝੂਠ ਫੈਲਾਉਣਾ, ਬਹੁਤ ਤਰ੍ਹਾਂ ਦੇ ਛੜਯੰਤਰ ਰਚਨਾ ਤੇ ਆਪਣੇ ਪਿਛਲੇ ਸਮੇਂ ਵਿੱਚ ਕੀਤੇ ਹੋਏ ਘਪਲਿਆਂ ਦੇ ਉੱਤੇ ਪਰਦਾ ਪਾਉਣਾ ਅਤੇ ਆਪਣੇ ਆਪ ਨੂੰ ਆਪਣੇ ਦੇਸ਼ ਦੀ ਰਾਜਨੀਤੀ ਉੱਤੇ ਸਥਾਪਿਤ ਰੱਖਣਾ, ਕਾਇਮ ਰੱਖਣਾ, ਇਹ ਉਦੇਸ਼ ਨੇ ਅਮਰੀਕਾ ਦੇ ਰਾਸ਼ਟਰਪਤੀ ਦੇ। ਇਸ ਨਿਬੰਧ ਜਾਂ ਲੇਖ ਜਾਂ ਪ੍ਰੋਜ਼ ਬਾਰੇ ਕੀਤੀ ਹੋਈ ਚਰਚਾ ਤੋਂ ਬਾਅਦ ਅਸੀਂ ਇਸ ਦੇ ਕੁਝ ਵਿਸ਼ਿਆਂ ਦਾ ਨਿਰਧਾਰਨ ਕੀਤਾ ਹੈ। ਇਹ ਵਿਸ਼ੇ ਹਨ: ਲੋਕਾਂ ਦੇ ਨਾਇਕ ਤੇ ਮਸੀਹੇ ਸਿਆਸਤਦਾਨ ਵੱਡੀ ਪੱਧਰ ਦੇ ਵੱਡੇ ਘਪਲੇਬਾਜ਼ ਹੁੰਦੇ ਹਨ। ਦੂਸਰਾ ਵਿਸ਼ਾ ਹੈ ਕਿ ਲੋਕਾਂ ਵਿੱਚ ਸਹਿਮ ਪੈਦਾ ਕਰਕੇ ਹੀ ਸੱਤਾ ਸ਼ਕਤੀ ਵਿੱਚ ਬਣੇ ਰਿਹਾ ਜਾ ਸਕਦਾ ਹੈ। ਇਸ ਪ੍ਰੋਜ਼ ਦਾ ਤੀਸਰਾ ਵਿਸ਼ਾ ਹੈ ਕਿ ਸਹਿਮ ਪੈਦਾ ਕਰਨ ਲਈ ਸਭ ਤੋਂ ਵੱਡਾ ਸਹਾਈ ਮੀਡੀਆ, ਜਿਵੇਂ ਕਿ ਆਪਾਂ ਕੁਝ ਚੈਨਲ ਵੇਖਦੇ ਹਾਂ ਜਿਵੇਂ CNN, ਅਲ ਜਜ਼ੀਰਾ ਚੈਨਲ, ਇਹ ਜਿਹੜੇ ਹੈਗੇ ਆ ਇਹ ਅਮਰੀਕਾ ਦੇ ਹਮਾਇਤੀ ਚੈਨਲ ਨੇ ਅਤੇ ਅਮਰੀਕਾ ਦੀਆਂ ਗਤੀਵਿਧੀਆਂ ਜਾਂ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਗਤੀਵਿਧੀਆਂ ਨੂੰ ਫੈਲਾਉਂਦੇ ਹਨ ਜਾਂ ਉਹਨਾਂ ਦਾ ਪ੍ਰਚਾਰ ਪ੍ਰਸਾਰ ਕਰਦੇ ਹਨ। ਅਗਲਾ ਵਿਸ਼ਾ ਹੈਗਾ ਪੂੰਜੀਵਾਦੀ ਦੌਰ ਵਿੱਚ ਸੱਤਾ ਦੀ ਸੰਚਾਲਕ ਸ਼ਕਤੀ ਰਾਜਨੀਤਿਕ ਪਾਰਟੀਆਂ ਨਾ ਹੋ ਕੇ ਕਾਰਪੋਰੇਟ ਘਰਾਣੇ ਹੁੰਦੇ ਹਨ। ਮਤਲਬ ਕਾਰਪੋਰੇਟ ਘਰਾਣੇ ਆ ਜਿਹੜੇ ਉਹ ਪ੍ਰਮੋਟ ਕਰਦੇ ਨੇ ਰਾਜਨੀਤਿਕ ਪਾਰਟੀਆਂ ਨੂੰ ਜਾਂ ਰਾਜਨੀਤਿਕ ਪਾਰਟੀਆਂ ਨੂੰ ਫੰਡ ਦਿੰਦੇ ਨੇ ਜਾਂ ਉਹਨਾਂ ਨੂੰ ਸਪੋਂਸਰ ਕਰਦੇ ਨੇ। ਅਗਲਾ ਵਿਸ਼ਾ ਹੈ ਕਿ ਰਾਜ ਦੇ ਆਰਥਿਕ ਮਸਲੇ, ਕਾਰਪੋਰੇਟ ਘਰਾਣੇ, ਰਾਜਨੀਤੀ, ਸਮਾਜ ਅਤੇ ਸੁਰੱਖਿਆ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਕੜੀਆਂ ਹੁੰਦੀਆਂ ਹਨ। ਇਹ ਸਾਰੇ ਮਿਲ ਕੇ ਹੀ ਇੱਕ ਰਾਜਨੀਤਿਕ ਗਲਬਾ ਸਥਾਪਿਤ ਕਰਦੇ ਨੇ ਲੋਕਾਂ ਉੱਪਰ ਅਤੇ ਆਮ ਲੋਕਾਂ ਦੀ ਲੁੱਟ ਕਰਦੇ ਨੇ। ਅਗਲਾ ਵਿਸ਼ਾ ਜਿਹੜਾ ਇਸ ਪ੍ਰੋਜ਼ ਦੇ ਵਿੱਚ ਹੈਗਾ ਉਹ ਇਹ ਹੈ ਕਿ ਰਾਜ ਸੱਤਾ ਦਾ ਜੇ ਹੱਥ ਸਿਰ 'ਤੇ ਹੋਵੇ ਤਾਂ ਕਾਰਪੋਰੇਟ ਘਰਾਣੇ ਆਮ ਲੋਕਾਂ ਨਾਲ ਕੋਈ ਵੀ ਘਪਲਾ ਕਰਨ ਤੋਂ ਨਹੀਂ ਡਰਦੇ। ਅੱਗੇ ਅਮਰੀਕਾ ਆਪਣੇ ਆਪ ਨੂੰ ਵਿਸ਼ਵ ਸ਼ਕਤੀ ਬਣਾਉਂਦੇ ਹੋਏ ਅਜਿਹੇ ਸੰਕਟਾਂ ਵਿੱਚ ਘਿਰ ਗਿਆ ਹੈ ਜਿੱਥੇ ਉਸ ਨੂੰ ਪੈਰ ਪੈਰ 'ਤੇ ਆਪਣੇ ਦੁਸ਼ਮਣ ਦਿਖਾਈ ਦੇ ਰਹੇ ਹਨ। ਉਸ ਦੀ ਹੜਬੜਾਹਟ ਉਸ ਨੂੰ ਟਿਕਣ ਨਹੀਂ ਦੇ ਰਹੀ ਹੈ। ਅਗਲਾ ਵਿਸ਼ਾ ਹੈ ਕਿ ਅਮਰੀਕਾ ਦਾ ਰਾਸ਼ਟਰਪਤੀ ਬੁਸ਼ ਇੱਕ ਬਦਲਾਖੋਰ ਅਤੇ ਸਜ਼ਾ ਦੇਣ ਵਾਲਾ ਨਲਾਇਕ ਨੀਤੀਵਾਨ ਰਿਹਾ ਹੈ। ਇਸ ਤੋਂ ਅੱਗੇ ਰਾਸ਼ਟਰਪਤੀ ਤੇ ਉਸ ਦਾ ਅਮਲਾ ਜੋ ਕਿ ਸੌੜੀ ਸੋਚ ਦਾ ਮਾਲਕ ਹੈ ਤੇ ਦੁਨੀਆ ਦੀ ਕਿਸਮਤ ਨੂੰ ਆਪਣੇ ਹੱਥ ਵਿੱਚ ਰੱਖੀ ਬੈਠਾ ਹੈ। ਤੇ ਸਭ ਤੋਂ ਮੁੱਖ ਵਿਸ਼ਾ ਜਿਹੜਾ ਇਹਦਾ ਹੈਗਾ ਉਹ ਇਹ ਹੈਗਾ ਕਿ ਬੁਸ਼ ਨੇ ਆਪਣੀਆਂ ਰਾਜਨੀਤਿਕ ਚਾਲਾਂ ਨਾਲ ਆਪਣੇ ਕੀਤੇ ਹੋਏ ਘਪਲਿਆਂ ਨੂੰ ਦਬਾ ਲਿਆ, ਉਹਨਾਂ ਉੱਪਰ ਪਰਦਾ ਪਾ ਲਿਆ ਅਤੇ ਇਹਨਾਂ ਨੂੰ ਦਬਾਉਣ ਵਾਸਤੇ, ਇਹਨਾਂ ਨੂੰ ਪਰਦਾ ਪਾਉਣ ਵਾਸਤੇ ਇਹਨਾਂ ਉੱਪਰ ਅਤੇ ਆਪਣੇ ਆਪ ਨੂੰ ਰਾਜ ਸੱਤਾ ਵਿੱਚ ਕਾਇਮ ਰੱਖਣ ਵਾਸਤੇ ਵੱਡੇ ਪੱਧਰ 'ਤੇ ਜੰਗ ਛੇੜੇ, ਵੱਡੇ ਪੱਧਰ 'ਤੇ ਦੁਨੀਆ ਦੇ ਨਾਲ ਆਢੇ ਲਏ ਅਤੇ ਬਹੁਤ ਜਾਨ ਅਤੇ ਮਾਲ ਦਾ ਨੁਕਸਾਨ ਕੀਤਾ। ਸੋ ਵਿਦਿਆਰਥੀਓ, ਉਮੀਦ ਹੈ ਕਿ ਇਸ ਲੇਖ ਵਿੱਚ ਆਏ ਸਾਰੇ ਵਿਚਾਰ ਤੁਸੀਂ ਚੰਗੀ ਤਰ੍ਹਾਂ ਸਮਝ ਲਏ ਹੋਣਗੇ। ਜਲਦੀ ਹੀ ਆਪਾਂ ਅਗਲੇ ਲੇਖ ਉੱਪਰ ਚਰਚਾ ਕਰਾਂਗੇ। ਤਦ ਤੱਕ ਧੰਨਵਾਦ।